मैं बेनती करदा सरदार ईमान सिंह जी मान नूं कि वो माइक ते आके शहीदां नूं अपनी शरधा व्यक्त करनगे। सरदार ईमान सिंह जी मान साहब। परम सत्कारयोग भाई साहब शहीद सर रिशपाल सिंह जी ਉਹਨਾਂ ਦੇ ਨਾਲ ਸਾਥੀਆਂ ਦੇ ਯਾਦ ਦੇ ਵਿੱਚ ਬਰਸੀ ਮਨਾਉਣ ਵਾਸਤੇ ਗੁਰੂ ਰੂਪ ਸਾਧ ਸੰਗਤ ਜੀ ਉਰੇ ਪੇਸ਼ ਜਿਹੜੀ ਗੁਰੂ ਸਾਹਿਬ ਦੇ ਸਾਹਮਣੇ ਆ ਨਿਮਰਤਾ ਸਾਹਿਬ ਫਤਿਹ ਅਰਜ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਲੰਬੇ ਸਮੇਂ ਤੋਂ ਸੰਘਰਸ਼ ਸਿਆਸੀ ਤੌਰ ਤੇ ਦਿਮਾਗੀ ਤੌਰ ਤੇ सिख कौम ने अपने हक हकूक लई ਤੋਰਿਆ ਹੋਇਆ ਹੈ, ਜਿਹਦੇ ਵਿੱਚ ਸਿੰਘ ਸਭਾ ਲਹਿਰ ਨੇ ਢੈਂਦੀ ਕਲਾਂ ਦੇ ਸਮੇਂ ਦੇ ਵਿੱਚ ਸਿੱਖਾਂ ਨੂੰ ਇਕੱਠਾ ਕਰਕੇ ਗੁਰੂ ਕੇ ਬਾਣੀ ਨਾਲ ਜੋੜਨ ਦਾ ਯਤਨ ਕੀਤਾ ਔਰ ਸਾਡੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੋਟਾਂ ਦਾ ਹੱਕ ਦਿਵਾ ਕੇ ਇੱਕ ਢਾਂਚਾ ਖੜਾ ਕੀਤਾ। जद गांधी नेहरू वर्गिया ने देश की वंड पाई, ननकाना साहब वर्गे पंजा साहब वर्गे गुरु घर जिहड़े असीं अरदासां च याद करते हैं गवाले और एक बहुत हौला ते पोली सोच जिसने आखिया कि वड्डे वीर दे घर च सानू इंसाफ मिलूगा वो पैदा होगी। उस सोच दे धारनियां ने जद संविधान बनिया धारा 25 दे विच जिहड़ी गुरु नानक साहब ने हुक्म कीता सीगा ना कोई हिंदू ना कोई मुसलमान, उस तो परां होके भारत दे संविधान धारा 25 दे विच सानू हिंदू दे नां थल्ले दर्ज करता। रहरास साहब चे राम रहीम कुरान कुरान मत एक ना मान्यो दसम पिता सानू हुक्म करते हैं ते ओदे बरखिलाफ हिंदू मैरिज एक्ट अडॉप्शन एक्ट आदि जिहड़े 4 हिंदू एक्ट हैं वो साडे उत्ते थोपे गए। ਇਹ ਢੈਂਦੀ ਕਲਾ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੋਚ ਸੀ ਜਿਹੜੀ ਡੁੱਬਦੀ ਜਾਂਦੀ ਸੀ, ਇੱਕ ਯੋਧਿਆਂ ਨੇ ਮੁੜ ਕੇ ਜਾਗਰੂਕ ਕੀਤੀ। ਸਰ ਕਪੂਰ ਸਿੰਘ ਹੁਣਾਂ ਨੇ ਔਰ ਸਰ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਇਹ ਠੁੱਸ ਦੀ ਸੋਚ ਨੂੰ ਸੇਧ ਦੇ ਦੇ ਕੇ ਥਾਂ ਥਾਂ ਪ੍ਰਚਾਰ ਕਰਕੇ ਜਿਵੇਂ ਢਾਡੀਆਂ ਨੇ ਅੱਜ ਢਾਡੀ ਬਾਹਰ ਦੇ ਕੇ ਸਾਨੂੰ ਉਸ ਸੋਚ ਨਾਲ ਜੋੜਿਆ। ਉਸੇ ਤਰ੍ਹਾਂ ਸੰਤ ਕਰਮ ਸਿੰਘ ਦੇ ਲੀਹਾਂ ਤੇ ਤੁਰਦੇ ਹੋਏ ਉਹਨਾਂ ਨੇ ਸੰਗਤਾਂ ਨੂੰ ਜੋੜ ਕੇ ਵਾਪਸ ਉਸ ਗੁਰਸਿੱਖੀ ਵੱਲ ਮੋੜਿਆ, ਉਹਨਾਂ ਨੂੰ ਤਾਕਤ ਦਿੱਤੀ ਜਿਹਦੇ ਨਾਲ ਧਰਮ ਯੁੱਧ ਮੋਰਚੇ ਇੱਥੇ ਪੰਜਾਬ 'ਚ ਸ਼ਾਂਤਮਈ ਰੂਪ 'ਚ ਲੱਗੇ, ਜਿਹਦੇ ਵਿੱਚ ਅਸੀਂ ਆਪਣੀ ਖੁਦ ਦੀ ਸੋਚ ਗੁਰੂ ਸਾਹਿਬ ਦੀ ਜਿਹੜੀ ਉਰੇ ਸਥਾਪਨਾ ਹੋਰ ਜਿਹੜੇ ਆ ਕੇ ਉਰੇ ਗੁਰੂਡਮ ਵਸਾਉਣ ਦੇ ਹੱਕ 'ਚ ਸੀ ਉਹਨਾਂ ਦੇ ਨਾਲ ਲੜਾਈਆਂ ਲੜੀਆਂ ਕਰਦੇ ਕਰਾਉਂਦੇ ਸਥਿਤੀ ਇੱਥੇ ਪਹੁੰਚ ਗਈ। ਅਨੰਦਪੁਰ ਸਾਹਿਬ ਦੇ ਮਤੇ ਖੜੇ ਕਰਤੇ ਕਿ ਭਾਰਤ ਦੇਸ਼ ਨੇ ਉਸ ਜਾਗ ਦੀ ਸੋਚ ਨੂੰ ਪਛਾਣਦਿਆਂ ਹੋਇਆਂ ਸਾਡੀ ਗੁਰਸਿੱਖੀ ਦੇ ਉੱਤੇ ਹਮਲੇ ਸ਼ੁਰੂ ਸਿੱਧੇ ਤੇ ਸ਼ਰੇਆਮ ਕੀਤੇ। ਉਹਨਾਂ ਦੀ ਜਿਹੜੀ ਵੱਧਦੀ ਇਹ ਗੈਰ ਕਾਨੂੰਨਨ ਕਰਤੂਤਾਂ ਸੀਗੀਆਂ ਜਿਹੜੀਆਂ ਅੱਜ ਵੀ ਅਸੀਂ ਦੇਖਦੇ ਹਾਂ, ਜਿਹਦੇ ਵਿੱਚ ਪੁਲਿਸ ਕਾਨੂੰਨ ਧਾਰਾ 21 ਤੋਂ ਬਾਹਰ ਹੋ ਕੇ ਸਿੱਖਾਂ ਨੂੰ ਚਾਹੇ ਕਲਕੱਤੇ ਵੱਸਦੇ ਹੋਣ ਚਾਹੇ ਕਿਤੇ ਵੱਸਦੇ ਹੋਣ ਬਸ ਨਾਂ ਲੈ ਕੇ ਕਿ ਇਹ ਗੈਂਗਸਟਰ ਹੈ ਇਹ ਟੈਰਰਿਸਟ ਹੈ ਉਹਨਾਂ ਨੂੰ ਮਾਰ ਦਿੱਤਾ। ਕੋਈ ਕਾਨੂੰਨ ਦਾ ਪ੍ਰੋਸੈਸ ਲਾਗੂ ਨਹੀਂ ਰਿਹਾ ਤੇ ਸਾਡਾ ਸ਼ਿਕਾਰ ਖੇਡਿਆ। ਬਹੁਤ ਘੱਟ ਯੋਧੇ ਉਹਦੇ ਮੁਕਾਬਲੇ 'ਚ ਖੜੇ, ਉਹਨਾਂ ਵਿੱਚੋਂ ਅੱਜ ਅਸੀਂ ਉਸ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਗੁਰੂ ਸਾਹਿਬ ਦੇ ਪੱਖ ਦਾ ਸੋਚ ਨੂੰ ਮੁੱਖ ਰੱਖਦੇ ਆਪਣੀ ਜਾਨ ਦੇਤੀ ਪਰ ਆਪਣੀ ਜ਼ਮੀਰ ਗਿਰਨ ਨਹੀਂ ਦਿੱਤੀ, ਪਿੱਛੇ ਨਹੀਂ ਹੋਣ ਦਿੱਤੀ। ਸੋ ਅੱਜ ਜਦ ਅਸੀਂ ਉਰੇ
ਆ ਸ਼ਹੀਦਾਂ ਨੂੰ ਯਾਦ ਰੱਖਦੇ ਆਂ, ਅਸੀਂ ਉਸ ਸੋਚ ਨਾਲ ਬੰਨੇ ਜਾਂਦੇ ਆਂ। ਉਹ ਸੋਚ ਜਿਹੜੀ ਸਾਡੀ ਗੁਰੂਆਂ ਦੀ ਸੀ, ਜਿਸ ਨੇ ਸਾਨੂੰ ਜਾਤ ਪਾਤ ਤੋਂ ਆਜ਼ਾਦ ਕੀਤਾ ਔਰ ਜਿਸ ਨੇ ਸਾਨੂੰ ਇੱਕ ਆਜ਼ਾਦ ਕੌਮ ਖੜੀ ਕਰਕੇ ਉਹ ਇੱਕ ਰੱਬ ਦੇ ਨਾਲ ਬਣ ਕੇ ਇਸ ਗੁਰੂ ਘਰ ਦੇ ਨਾਲ ਜੋੜਿਆ ਹੋਇਆ। ਇਹ ਸਾਡੀ ਮਿੱਠੀ ਯਾਦ ਇਹਨਾਂ ਸ਼ਹੀਦਾਂ ਦੀ ਹੈਗੀ, ਜਿਨ੍ਹਾਂ ਨੇ ਰਾਹ ਉਹ ਮੰਨਿਆ ਜਿਹਦੇ ਵਿੱਚ ਸ਼ਹਾਦਤ ਦਾ ਜਾਮ ਉਹਨਾਂ ਨੇ ਪੀਤਾ ਔਰ ਗੁਰੂ ਸਾਹਿਬ ਨਾਲ ਪਿਆਰ ਦਿਖਾਇਆ, ਪਰ ਉਰੇ ਉਹ ਹੁਕੂਮਤਾਂ ਦੇ ਸਾਹਮਣੇ ਨਹੀਂ ਝੁਕੇ ਜਿਹੜਾ ਸਾਡਾ ਸਿਰ ਨੀਵਾਂ ਕਰਕੇ ਰਲਵੇਂ ਘੁਲਵੇਂ ਖੁਸੜੇ ਪੁਸੜੇ ਐਨ ਬਿਲਕੁਲ ਖਤਮ ਕਰਕੇ ਸਾਨੂੰ ਉਧਰ ਰਗੜ ਕੇ ਰੱਖਣਾ ਚਾਹੁੰਦੀਆਂ ਸੀ। ਸੋ ਇਹਨਾਂ ਨੂੰ ਅਸੀਂ ਸ਼ਰਧਾਂਜਲੀ ਭੇਟ ਕਰਦੇ ਆਂ ਤੇ ਆਸ ਰੱਖਦੇ ਆਂ ਕਿ ਇਹਨਾਂ ਦੀਆਂ ਮਿੱਠੀਆਂ ਯਾਦਾਂ ਸਾਡੇ ਨੌਜਵਾਨ ਪੀੜ੍ਹੀਆਂ ਨੂੰ ਫੇਰ ਉਹ ਗੁਰੂ ਸਾਹਿਬ ਦੇ ਮਾਰਗ ਜਿਹੜਾ ਜਾਤ ਪਾਤ ਤੋਂ ਵੱਖਰਾ ਹੈ, ਜਿਹੜਾ ਗਰੀਬ ਦੇ ਗੋਲਕ ਆਪਣਾ ਗੋਲਕ ਮੰਨਦੀ ਹੈ, ਉਹ ਗਰੀਬਾਂ ਨੂੰ ਚੱਕਦੀ ਹੈ, ਇਸ ਰਾਹ ਤੇ ਲੈ ਕੇ ਆਉਣਗੇ। ਇਹ ਬੇਨਤੀਆਂ ਕਰਦਾ ਆਪ ਤੋਂ ਆਗਿਆ ਮੰਗਦਾ ਹੈ। ਸਰ ਸਿਮਰਨਜੀਤ ਸਿੰਘ ਮਾਨ ਵੱਲੋਂ ਹਾਜ਼ਰੀ ਭਰਦਾ ਹੋਇਆ ਆਪ ਜੀ ਤੋਂ ਆਗਿਆ ਮੰਗਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਅੱਗੇ ਬੇਨਤੀ ਕਰਦੇ ਹਾਂ ਸਰ ਹਰਵਿੰਦਰ ਸਿੰਘ ਜੀ ਹਰੀਗੜ੍ਹ, ਜਨਰਲ ਸਕੱਤਰ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕਿ ਉਹ ਕਿਰਪਾ ਕਰਕੇ ਮਾਈਕ ਤੇ ਆ ਕੇ ਸ਼ਹੀਦਾਂ ਨੂੰ ਸ਼ਰਧਾ ਵਿਅਕਤ ਕਰਨਗੇ। ਪਰਮ ਸਤਿਕਾਰ ਅਤੇ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਮੁੱਚੀ ਸੰਗਤ ਸਾਡੀ ਕੌਮ ਦੇ ਮਹਾਨ ਸ਼ਹੀਦ ਰਛਪਾਲ ਸਿੰਘ ਜੀ ਸੰਧੜਾ, ਉਹਨਾਂ ਦੇ ਹੋਰ ਸਾਥੀ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਇਕੱਤਰ ਹੋਇਆ। ਸਾਧ ਸੰਗਤ ਜੀਓ, ਇਸ ਦੇ ਪਿੱਛੇ ਸ਼ਹੀਦੀ ਦੇ ਪਿੱਛੇ ਇੱਕੋ ਹੀ ਵੱਡਾ ਮਕਸਦ ਹੁੰਦਾ ਕਿ ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੋਇਆ ਕਰਦੀ। ਸਾਨੂੰ ਬੜਾ ਲੰਬਾ ਚੌੜਾ ਜਾਣ ਦੀ ਲੋੜ ਨਹੀਂ, ਅਸੀਂ ਆਪਣਾ ਜੀਵਨ ਸੁਧਾਰੀਏ, ਗੁਰੂ ਵਾਲੇ ਬਣੀਏ, ਬਾਣੀ ਦੇ ਧਾਰਨੀ ਬਣੀਏ। ਉਸ ਤੋਂ ਬਾਅਦ ਸਾਨੂੰ ਸਾਰਾ ਗਿਆਨ ਆਪਣੇ ਆਪ ਅਕਾਲ ਪੁਰਖ ਵਾਹਿਗੁਰੂ ਸਾਨੂੰ ਆਪ ਪਰੋਸ ਕੇ ਸਾਹਮਣੇ ਰੱਖ ਦੇਣਗੇ। ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ, ਸਿਰਫ ਸਾਰੇ ਆਪਾਂ ਨਿਤਨੇਮੀ ਬਣੀਏ, ਗੁਰੂ ਵਾਲੇ ਬਣੀਏ, ਪਰਉਪਕਾਰ ਕਰੀਏ। ਇਹ ਜੋ ਸ਼ਹਾਦਤ ਹੈ ਕਹਿਣ ਨੂੰ ਛੋਟਾ ਸ਼ਬਦ ਹੈ, ਇਹ ਬੜੇ ਵੱਡੇ ਕਰਮਾਂ ਦੇ ਨਾਲ ਨਸੀਬ ਹੋਇਆ ਕਰਦਾ ਹੈ। ਇਬਾਦਤ ਵੱਲ ਜਾਈਏ, ਅਕਾਲ ਪੁਰਖ ਵਾਹਿਗੁਰੂ ਸਾਡੇ ਤੇ ਵੀ ਕਿਰਪਾ ਕਰਨ, ਇਸ ਮੋਤੀਆਂ ਦੀ ਮਾਲਾ ਦੇ ਵਿੱਚ ਸਾਨੂੰ ਵੀ ਪਰੋ ਲੈਣ। ਸਮੁੱਚੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਆਪ ਜੀ ਦੇ ਨਾਲ ਵਰਿੰਦਰ ਸਿੰਘ ਜੀ ਸੇਖੋਂ, ਮੀਤ ਪ੍ਰਧਾਨ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਪਾਓ ਫਤਿਹ ਦੀ ਸਾਂਝ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਆਪਣੇ ਯੋਧਿਆਂ ਦੀ ਜਿਹੜੀ ਅਰਦਾਸ ਆ ਉਹਦੇ ਵਿੱਚ ਸ਼ਾਮਲ ਹੋਏ ਆ। ਭਾਈ ਰਛਪਾਲ ਸਿੰਘ ਜੀ ਸੰਧੜਾ, ਅਸੀਂ ਇਹਨਾਂ ਸਾਰੇ ਸਾਡੀ ਕੌਮੀ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਜੂਨ ਦਾ ਮਹੀਨਾ ਜਿਵੇਂ ਹੀ ਸ਼ੁਰੂ ਹੁੰਦਾ ਤਾਂ ਸਿੱਖ ਕੌਮ ਨੂੰ 1984 ਦੇ ਵਿੱਚ ਜੋ ਸਾਡਾ ਕਤਲੋਗਾਰਤ ਹੋਈ ਆ ਉਸ ਬਾਰੇ ਯਾਦ ਆਉਂਦੀ ਆ। ਪਰ ਜੂਨ 1984 ਤੋਂ ਲੈ ਕੇ 10 ਸਾਲ ਦਾ ਸਮਾਂ ਲਗਭਗ ਪੰਜਾਬ ਦੇ ਵਿੱਚ ਰਿਹਾ, ਜਿਹਦੇ ਵਿੱਚ ਭਾਰਤ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਦੀ ਕਤਲੋਗਾਰਤ ਕੀਤੀ, ਖੂਨ ਦੀ ਹੌਲੀ ਖੇਡੀ। ਪਰ ਇੱਥੇ ਇੱਕ ਸਵਾਲ ਪੈਦਾ ਇਹ ਹੁੰਦਾ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਜੂਨ 84 ਸਾਡੇ ਤੇ ਹੋਇਆ, ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਸਾਡੀ ਨਸਲਕੁਸ਼ੀ ਹੋਈ,
ਪਰ ਕਦੇ ਅਸੀਂ ਇਹ ਨਹੀਂ ਸੋਚਿਆ ਕਿ ਸਾਡੀ ਨਸਲਕੁਸ਼ੀ ਹੋਈ ਕਿਉਂ, ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਕਿਉਂ, ਤੇ ਹੋਣ ਤੋਂ ਬਾਅਦ ਅਸੀਂ ਸਿੱਖਿਆ ਕੀ ਆ। ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ, ਉਸ ਤੋਂ ਬਾਅਦ 10 ਸਾਲ ਪੰਜਾਬ ਦੇ ਵਿੱਚ ਖੂਨ ਦੀ ਹੋਲੀ ਖੇਡੀ ਜਾਂਦੀ ਆ, ਤੇ ਅਸੀਂ ਕੀ ਕੀਤਾ ਪੰਜਾਬ ਦੇ ਲੋਕਾਂ ਨੇ, ਜਿਨ੍ਹਾਂ ਲੋਕਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਅਕਾਲੀ ਦਲ ਬਾਦਲ ਨੇ, ਤੇ ਜਿਹਨੇ ਹਮਲਾ ਕੀਤਾ ਕਾਂਗਰਸ ਨੇ, ਜਿਹੜੇ ਅਕਾਲੀ ਦਲ ਬਾਦਲ ਨੇ 10 ਸਾਲ KPS ਗਿੱਲ ਨਾਲ ਗੁਪਤ ਮੀਟਿੰਗਾਂ ਕਰਕੇ ਰਾਤਾਂ ਨੂੰ ਸਾਡੇ ਨੌਜਵਾਨਾਂ ਦੀ ਕਤਲੋਗਾਰਤ ਕੀਤੀ ਹੋਵੇ, ਫਿਰ ਅਸੀਂ SGPC ਦੇ ਵਿੱਚ ਕਿਹਨੂੰ ਬਿਠਾਇਆ, ਵੋਟਾਂ ਪਾ ਕੇ ਅਕਾਲੀ ਦਲ ਬਾਦਲ ਨੂੰ। ਪੰਜਾਬ ਦੀ ਸੱਤਾ ਦੇ ਵਿੱਚ ਕਿਹਨੂੰ ਬਿਠਾਇਆ, ਅਕਾਲੀ ਦਲ ਬਾਦਲ ਨੂੰ। ਤੇ ਜਿਹੜੀ ਕਾਂਗਰਸ ਨੇ ਸਾਡੀ ਕਤਲੋਗਾਰਤ ਕੀਤੀ, ਉਹ ਕਾਂਗਰਸ ਨੂੰ ਵੀ ਅਸੀਂ ਬਾਰ-ਬਾਰ ਸੱਤਾ ਦੇ ਵਿੱਚ ਲੈ ਕੇ ਆਉਂਦੇ ਰਹੇ। ਪਰ ਹੁਣ ਇੱਕ ਸਵਾਲ ਆਉਂਦਾ ਪੰਜਾਬ ਦੇ ਲੋਕਾਂ ਦੇ ਅੱਗੇ, ਮੈਂ ਸਾਰੇ ਲੋਕਾਂ ਦੀ ਗੱਲ ਨਹੀਂ ਕਰਦਾ ਜਿਨ੍ਹਾਂ ਦੀ ਅਣਖ ਮਰ ਚੁੱਕੀ ਆ, ਗੈਰਤ ਮਰ ਚੁੱਕੀ ਆ, ਕਿ ਭਾਈ ਹੁਣ 2022 ਦੇ ਵਿੱਚ BJP ਲੈ ਕੇ ਆਉਣੀ ਆ, ਕਿਉਂਕਿ ਜਿਹੜੀਆਂ ਪਾਰਟੀਆਂ ਨੇ ਤੁਹਾਡੀ ਨਸਲਕੁਸ਼ੀ ਕੀਤੀ ਆ, ਉਹਨਾਂ ਪਾਰਟੀਆਂ ਨੂੰ ਤੁਸੀਂ ਪੰਜਾਬ ਦੀ ਸੱਤਾ ਦੇ ਵਿੱਚ ਬਿਠਾਇਆ, ਪੰਜਾਬ ਦੀ ਸੱਤਾ ਸੰਭਾਲੀ ਆ, ਤੇ ਹੁਣ ਸਾਡੇ ਤੇ ਕਾਲੇ ਕਾਨੂੰਨ ਥੋਪੇ ਨੇ BJP ਨੇ। ਫਿਰ 2022 ਦੇ ਵਿੱਚ ਇਹ ਜਿਹੜੇ ਲਾਹਨਤੀ ਲੋਕ ਨੇ, ਮਰੀਆਂ ਹੋਈਆਂ ਜ਼ਮੀਰਾਂ ਵਾਲੇ ਨੇ, ਕੀ ਸਾਡੇ ਸ਼ਹੀਦਾਂ ਦਾ ਜਿਹੜਾ ਖੂਨ ਡੁੱਲਿਆ ਉਹਨੂੰ ਭੁੱਲ ਕੇ BJP ਨੂੰ ਸੱਤਾ ਦੇ ਵਿੱਚ ਲੈ ਕੇ ਆਉਣਗੇ? ਫਿਰ ਤਾਂ ਇਹੀ ਸਵਾਲ ਸਾਡੇ ਅੱਗੇ ਆਉਂਦਾ। ਸੋ ਸਾਡੀ ਨੌਜਵਾਨ ਪੀੜ੍ਹੀ ਨੂੰ ਖਾਸ ਕਰਕੇ ਇਹ ਘੂਕ ਕਰਨੀ ਪੈਣੀ ਆ ਕਿ ਕਿਹਨਾਂ ਲੋਕਾਂ ਨੇ ਸਾਡੀ ਨਸਲਕੁਸ਼ੀ ਕੀਤੀ ਆ, ਤੇ ਕਿਹੜੇ ਲੋਕ ਇਸ ਨਸਲਕੁਸ਼ੀ ਦੇ ਵਿੱਚ ਸ਼ਾਮਲ ਸੀ। ਉਹਨਾਂ ਦੀ ਨਿਸ਼ਾਨਦੇਹੀ ਕਰਕੇ ਆਪਣੇ ਦੁਸ਼ਮਣਾਂ ਨੂੰ ਪਹਿਚਾਨਣਾ ਪੈਣਾ, ਤਾਂ ਸਾਡੀ ਕੌਮ ਅੱਗੇ ਵੱਧ ਸਕਦੀ ਆ। ਜਿਹੜੀਆਂ ਸ਼ਹਾਦਤਾਂ ਹੋਈਆਂ ਨੇ, ਭਾਈ ਰਿਸ਼ਪਾਲ ਸਿੰਘ ਛੰਦੜਾ ਜਾਂ ਹੋਰ ਸਾਡੇ ਸ਼ਹੀਦ ਹੋਏ ਨੇ, ਕਿਉਂ ਹੋਈਆਂ ਨੇ ਸ਼ਹਾਦਤਾਂ? ਇਹ ਪੰਜਾਬ ਦੇ ਹੱਕਾਂ ਲਈ ਹੋਈਆਂ ਨੇ, ਪੰਜਾਬ ਦੀ ਕਿਸਾਨੀ ਲਈ ਹੋਈਆਂ ਨੇ, ਪੰਜਾਬੀ ਬੋਲਦੇ ਇਲਾਕਿਆਂ ਲਈ ਹੋਈਆਂ ਨੇ, ਸਾਡੇ ਪੰਜਾਬ ਦੇ ਪਾਣੀਆਂ ਲਈ ਹੋਈਆਂ ਨੇ, ਸਾਡੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲਈ ਹੋਈਆਂ ਨੇ। ਸਾਡੇ ਤੇ ਜਿਹੜੇ ਕਾਨੂੰਨ ਦਿੱਲੀ ਵੱਲੋਂ ਥੋਪੇ ਜਾ ਰਹੇ ਨੇ, ਸਾਡੇ ਅਧਿਕਾਰ ਸਟੇਟਾਂ ਦੇ ਖੋਏ ਜਾ ਰਹੇ ਨੇ, ਉਹਨਾਂ ਨੂੰ ਬਹਾਲ ਕਰਨ ਦੇ ਲਈ ਸ਼ਹਾਦਤਾਂ ਹੋਈਆਂ ਨੇ। ਇਹਨਾਂ ਚੀਜ਼ਾਂ ਨੂੰ ਸਮਝਣਾ ਪੈਣਾ। ਜੇ ਅਸੀਂ ਅੱਜ ਨਾ ਸਮਝੇ ਤਾਂ ਆਉਣ ਵਾਲਾ ਸਮਾਂ ਪੰਜਾਬ ਦੇ ਲਈ ਬਹੁਤ ਭਿਆਨਕ ਆ। ਸਾਡੀਆਂ ਨਸਲਾਂ ਤੇ ਸਾਡੀਆਂ ਪੀੜ੍ਹੀਆਂ ਇੱਥੇ ਗੁਲਾਮੀ ਭਰਿਆ ਜੀਵਨ ਬਤੀਤ ਕਰਨਗੀਆਂ ਤੇ ਦਮ ਤੋੜਨਗੀਆਂ। ਸਾਡੇ ਤੇ ਨਸ਼ਾ, ਸਾਡਾ ਸਿਸਟਮ ਸਾਰਾ ਹਿਲਾ ਕੇ ਧਰ ਦਿੱਤਾ। ਇਹ ਚੀਜ਼ ਨੂੰ ਪਹਿਚਾਨਣਾ ਪਊਗਾ। ਸਮਾਂ ਥੋੜਾ, ਤੇ ਮੈਂ ਆਸ ਕਰਦਾ ਕਿ ਸਾਡੇ ਨੌਜਵਾਨ ਵਰਗ ਨੂੰ ਕਿ ਆਓ ਆਪਾਂ ਇਕੱਠੇ ਹੋ ਕੇ ਆਪਣੇ ਦੁਸ਼ਮਣ ਦੀ ਪਹਿਚਾਨ ਕਰੀਏ, ਤੇ ਆਪਣੇ ਜਿਹੜੇ ਸਿੰਘ ਸੀ ਜਿਨ੍ਹਾਂ ਨੇ ਆਪਣਾ ਖੂਨ ਇਸ ਧਰਤੀ ਦੇ ਲਈ, ਆਪਣੀ ਕੌਮ ਦੇ ਲਈ, ਆਪਣੇ ਇਸ ਪੰਜਾਬ ਦੇ ਹੱਕਾਂ ਲਈ ਡੋਲਿਆ, ਉਹਨਾਂ ਦੀ ਜਿਹੜੀ ਉਹ ਚਿੰਨ੍ਹ ਆ ਉਹਨੂੰ ਆਪਾਂ ਜਿਉਂਦੇ ਰੱਖੀਏ ਤੇ ਆਪਾਂ ਅੱਗੇ ਵਧੀਏ। ਇਹੀ ਮੇਰੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਬਾਬਾ ਬਖਸ਼ੀਸ਼ ਸਿੰਘ ਜੀ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਸਿਹਤ ਕੁਛ ਢਿੱਲੀ ਹੈ, ਜ਼ਿਆਦਾ ਸਮਾਂ ਨਹੀਂ ਲਵਾਂਗਾ ਆਪ ਜੀ ਦਾ, ਤੇ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਜਿਸ ਅੱਜ ਜਰਨੈਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅਸੀਂ ਇਕੱਤਰ ਹੋਏ ਹਾਂ, ਮੈਂ ਉਹਨਾਂ ਦਾ ਸਾਥ ਮਾਣਿਆ। ਉਹਨਾਂ ਦੀ ਜਰਨੈਲੀ ਦੇ ਵਿੱਚ ਇਸ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਸੰਘਰਸ਼ ਲੜਿਆ ਗਿਆ, ਉਹਦੇ ਵਿੱਚ ਜਿੰਨਾ ਵੀ ਯੋਗਦਾਨ ਪਾ ਸਕੇ ਉਹਨਾਂ ਪਾਇਆ। ਇੱਕ ਗੱਲ ਦਾ ਅਫਸੋਸ ਰਹੂਗਾ ਸਾਰੀ ਜ਼ਿੰਦਗੀ ਕਿ ਜਿਸ ਪਾਪੀ ਨੇ ਸਾਡੇ ਜਥੇਦਾਰ ਭਾਈ ਰਿਸ਼ਪਾਲ ਸਿੰਘ ਛੰਦੜਾ ਨੂੰ ਕੋ ਕੇ ਸ਼ਹੀਦ ਕੀਤਾ, ਉਹ ਆਪਣੀ ਮੌਤ ਹੀ ਮਰਿਆ। ਉਹਨੂੰ ਖਾਲਸੇ ਦੀਆਂ ਰਵਾਇਤਾਂ ਮੁਤਾਬਕ ਅਸੀਂ ਬਣਦੀ ਸਜ਼ਾ ਨਹੀਂ ਦੇ ਸਕੇ। ਸੋ ਮੈਂ ਬਹੁਤੀਆਂ ਦਲੀਲਾਂ ਜਾਂ ਗੱਲਾਂ ਨਹੀਂ ਕਰੂੰਗਾ। ਮੈਂ ਰਾਜਨੀਤੀ ਦੇ ਵਿੱਚ ਬਿਲਕੁਲ ਹੀ ਜ਼ੀਰੋ ਹਾਂ, ਮੈਨੂੰ ਨਹੀਂ ਪਤਾ, ਪਰ ਇੱਕ ਗੱਲ ਦਾ ਪਤਾ ਆ
ਕਿ ਜਿੱਥੇ ਗੱਲ ਉਹ ਸ਼ਹੀਦ ਛੱਡ ਕੇ ਗਏ ਸੀ, ਉਹਨਾਂ ਸ਼ਹੀਦਾਂ ਦੇ ਰਸਤਿਆਂ ਤੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜੋ ਵੀ ਬਣ ਸਕਿਆ ਉਹਦੇ ਲਈ ਹਾਜ਼ਰ ਹਾਂ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਸ ਗੱਲ ਦਾ ਆਪਣੇ ਜਥੇਦਾਰ ਆਪਣੀ ਸੰਗਤ ਲਈ ਵਾਅਦਾ ਕਰਦੇ ਹਾਂ। ਆਪਣੀ ਮਰਜ਼ੀ ਨਾਲ ਜੋ ਵੀ ਬਣਦਾ ਹੈ ਉਹ ਕਰ ਰਹੇ ਹਾਂ, ਪਰ ਜਿੱਥੇ ਤੁਹਾਡਾ ਹੁਕਮ ਵੀ ਹੋਏਗਾ ਉੱਥੇ ਵੀ ਹਰ ਹੀਲੇ ਜੋ ਵੀ ਹੁਕਮ ਹੋਊਗਾ, ਮੈਂ ਮਹਾਰਾਜ ਦੀ ਹਜ਼ੂਰੀ ਵਿੱਚ ਕਹਿਣਾ, ਜੋ ਵੀ ਹੁਕਮ ਹੋਊਗਾ ਉਹਦੇ ਲਈ ਹਾਜ਼ਰ ਰਹਾਂਗੇ। ਮੇਰੇ ਤੋਂ ਬਹੁਤ ਸੀਨੀਅਰ ਜਥੇਦਾਰ ਬੈਠੇ ਨੇ, ਇਹੀ ਅੱਗੇ ਦਾ ਪ੍ਰੋਗਰਾਮ ਸੰਗਤਾਂ ਨੂੰ ਦੇਣਗੇ ਤੇ ਅੱਗੇ ਦੇ ਬਚਨ ਬਲਾਸ ਜਿਹੜੇ ਸੰਗਤਾਂ ਦੇ ਰੂਬਰੂ ਹੋਣਗੇ। ਮੈਂ ਇੰਨੀਆਂ ਹੀ ਬੇਨਤੀਆਂ ਸਿਰਫ ਕਰਨੀਆਂ ਸਨ ਕਿ ਇਸ ਗੱਲ ਦਾ ਮਰਨ ਤੱਕ ਅਫਸੋਸ ਰਹੂਗਾ ਕਿ ਜਿਨ੍ਹਾਂ ਨੇ ਕੋ ਕੇ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਉਹ ਆਪਣੀ ਮੌਤ ਮਰੇ, ਅਸੀਂ ਉਹਨਾਂ ਨੂੰ ਸਜ਼ਾ ਦੇਣ 'ਚ ਨਾਕਾਮ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਬਾਬਾ ਬਖਸ਼ੀਸ਼ ਸਿੰਘ ਜੀ ਦਾ, ਜਿਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਸ਼ਹੀਦਾਂ ਨੂੰ ਜਿਹੜੀ ਸ਼ਹੀਦ ਕਰਨ ਵਾਲੇ, ਤਸ਼ੱਦਦ ਕਰਨ ਵਾਲੀ ਧਿਰ ਹੈ, ਉਹਨੂੰ ਅਸੀਂ ਖਾਲਸਾਹੀ ਰਵਾਇਤਾਂ ਅਨੁਸਾਰ ਸਜ਼ਾ ਨਹੀਂ ਦੇ ਸਕੇ। ਸਾਧ ਸੰਗਤ ਜੀ, ਇਹ ਛੰਦੜਾ ਪਿੰਡ ਹੈ ਤੇ ਜਦੋਂ ਸ਼ਹੀਦ ਭਾਈ ਰਿਸ਼ਪਾਲ ਸਿੰਘ ਜੀ ਦਾ ਨਾਮ ਲਿਆ ਜਾਂਦਾ ਹੈ ਤਾਂ ਲੋਕ ਆਪ ਮੁਹਾਰੇ ਜੈਕਾਰਾ ਛੱਡਦੇ ਨੇ, ਸੀਸ ਝੁਕਾਉਂਦੇ ਨੇ। ਤੇ ਇਸ ਪਿੰਡ ਤੋਂ ਸਿਰਫ 1.5 ਕਿਲੋਮੀਟਰ ਦੂਰ ਉਸ ਬੁੱਚੜ ਦਾ ਪਿੰਡ ਹੈ ਤੇ ਅੱਜ ਕਿਹਨੂੰ ਪਤਾ ਵੀ ਕਦੇ ਇੱਥੇ ਕੋਈ ਗਿੱਲ ਫਿੱਲ ਕੇ ਪੀਸ ਹੋਇਆ। ਸੋ ਉਹਨੂੰ ਸਜ਼ਾ ਮਿਲ ਚੁੱਕੀ ਹੈ, ਸਮਾਜਿਕ ਤੌਰ ਤੇ ਸਾਡੇ ਇਲਾਕੇ ਵੱਲੋਂ ਉਹਨੂੰ ਸਜ਼ਾ ਮਿਲ ਚੁੱਕੀ ਹੈ। ਤੇ ਹੁਣ ਮੈਂ ਬੇਨਤੀ ਕਰਦਾ ਸਰਦਾਰ ਕੁਲਦੀਪ ਸਿੰਘ ਜੀ ਭਾਗੋਵਾਲ ਸਾਹਿਬ, ਜਿਹੜੇ ਭਾਈ ਰਿਸ਼ਪਾਲ ਸਿੰਘ ਛੰਦੜਾਂ ਦੇ ਸਾਥੀ ਰਹੇ ਨੇ ਸੰਘਰਸ਼ ਦੇ ਵਿੱਚ ਵੀ, ਕਿ ਉਹ ਤੇ ਨਾਲ ਬੇਨਤੀ ਕਰਦਾ ਕਿ ਪਲੀਜ਼, ਸਾਡੇ ਨਾਲੋਂ ਬਹੁਤ ਸੀਨੀਅਰ ਨੇ ਤੇ ਸਮੇਂ ਦੀ ਘਾਟ ਸੰਬੰਧੀ ਉਹ ਸਭ ਕੁਝ ਜਾਣਦੇ ਨੇ। ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਮਾਈਕ ਤੇ ਆ ਕੇ ਆਪਣੀ ਗੱਲ ਸੰਗਤ ਦੇ ਨਾਲ ਸਾਂਝੀ ਕਰਨਗੇ। ਭਾਗੋਵਾਲ ਸਾਹਿਬ। ਸ਼ਹੀਦਾਂ ਦੀ ਯਾਦ 'ਚ ਇਕੱਤਰ ਹੋਈ ਸਾਧ ਸੰਗਤ ਜੀਓ, ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਜੋ ਗੱਲਾਂ ਕਰਨੀਆਂ ਨੇ, ਜੋ ਸਾਡੇ ਨਾਲ ਇਕੱਠੇ ਰਹਿੰਦਿਆਂ ਦੀਆਂ ਵਾਪਰੀਆਂ ਨੇ, ਮੈਂ ਉਹਦੇ ਸੰਬੰਧ 'ਚ ਗੱਲ ਕਰਨੀ ਹੈ। ਇਹ ਤਸਵੀਰ ਲੱਗੀ ਹੈ ਰਿਸ਼ਪਾਲ ਸਿੰਘ ਛੰਦੜਾਂ ਦੀ ਤੇ ਨਾਲ ਲੱਗੀ ਹੈ ਜਗਦੀਸ਼ ਸਿੰਘ ਦੀਸ਼ੇ ਦੀ। ਅਸੀਂ ਉਹਨਾਂ ਨੂੰ ਡਾਕਟਰ ਦੀਸ਼ਾ ਕਹਿੰਦੇ ਹੁੰਦੇ ਸੀ, ਉਹਨਾਂ ਦੇ ਨਾਂ ਨਾਲ ਡਾਕਟਰ ਲਾਇਆ ਜਾਂਦਾ ਸੀ। ਤੇ ਰਿਸ਼ਪਾਲ ਸਿੰਘ ਛੰਦੜਾਂ ਨੂੰ ਅਸੀਂ ਬਾਈ ਕਹਿੰਦੇ ਸੀ, ਕਦੇ ਨਾਂ ਨਹੀਂ ਸੀ ਲਿਆ। ਇਹ ਕੋਟ ਵਰਡ ਸੀ। ਤੇ ਇਹਨਾਂ ਦੀ ਜਦੋਂ ਸ਼ਹੀਦੀ ਹੋਈ ਹੈ, ਜਦੋਂ ਗ੍ਰਿਫਤਾਰੀ ਹੋਈ ਹੈ, ਜਿਹੜਾ ਡਾਕਟਰ ਦੀਸ਼ਾ ਸੀ ਉਹਨਾਂ ਦੇ ਕੋਲ ਸਾਇਨਾਈਡ ਸੀ, ਉਹਨਾਂ ਨੇ ਖਾ ਲਈ। ਰਿਸ਼ਪਾਲ ਸਿੰਘ ਜੀ ਸਾਇਨਾਈਡ ਨਹੀਂ ਰੱਖਦੇ ਸੀ, ਉਹਨਾਂ ਨੇ ਖਾਣੀ ਕਿੱਥੋਂ ਸੀ? ਉਹਨਾਂ ਨੇ ਮੈਨੂੰ ਆਪਣੇ ਮੂੰਹੋਂ ਕਿਹਾ ਸੀ ਕਿ ਸਾਇਨਾਈਡ ਖਾ ਕੇ ਨਹੀਂ ਸ਼ਹੀਦੀ ਦੇਣੀ, ਜਦੋਂ ਸ਼ਹੀਦੀ ਦੇਵਾਂਗਾ ਤਾਂ ਕੌਮ ਯਾਦ ਕਰੇਗੀ। ਇਹ ਸ਼ਬਦ ਉਹਨਾਂ ਨੇ ਮੈਨੂੰ ਕਈ ਵਾਰ ਕਹੇ ਸੀ। ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ ਹੈ, ਉਹ ਵੀ ਸਿੱਖ ਰਾਜ ਲਈ ਸ਼ਹੀਦੀ ਸੀ। ਉਹਦੇ ਪੁੱਤਰ ਦਾ ਦਿਲ ਕੱਢ ਕੇ ਉਸ ਦੇ ਮੂੰਹ ਦੇ ਵਿੱਚ ਪਾਇਆ ਗਿਆ। ਤੇ ਜੇ ਰਿਸ਼ਪਾਲ ਸਿੰਘ ਕਹਿੰਦਾ ਸੀ, ਜੇ ਮੈਨੂੰ ਸ਼ਹੀਦ ਲੋਕਾਂ ਸਾਹਮਣੇ ਕਰਨਗੇ ਤਾਂ ਕੌਮ ਨੂੰ ਪਤਾ ਲੱਗ ਜਾਏਗਾ ਵੀ ਮੈਂ ਗੁਰੂ ਨਾਲ ਮੇਰਾ ਕਿੰਨੀ ਲਿਪ ਜੁੜੀ ਹੈ, ਕੌਮ ਨਾਲ ਕਿੰਨੀ ਜੁੜੀ ਹੈ। ਚਲੋ ਸ਼ਹੀਦੀ ਜਿੱਥੇ ਹੋਈ ਹੈ ਪੁਲਿਸ ਨੇ ਕੀਤੀ ਹੈ, ਪਰ ਪੁਲਿਸ ਗੱਲਾਂ ਕਰਦੀ ਹੈ ਵੀ ਵਾਕਈ ਉਹਦੇ ਵਿੱਚ ਕੋਈ ਗੁਣ ਸੀ, ਸਿੱਖੀ ਵਾਲਾ ਤੇ ਸੰਘਰਸ਼ ਵਾਲਾ। ਉਹ ਡਰਦਾ ਡਰਦਾ ਨਹੀਂ ਸੀ ਕਿਸੇ ਤੋਂ, ਨਾ ਡਰ ਉਹਦੇ ਮਨ ਵਿੱਚ ਸੀ। ਮੈਂ ਬੈਠਾ ਵੇਖਦਾ ਸੀ ਉਹਨਾਂ ਦੇ ਪੈਰਾਂ ਵੱਲ, ਵੀ ਉਹਨਾਂ ਦੇ ਪੈਰ ਤਾਂ ਧਰਤੀ ਨੂੰ ਲੱਗਦੇ ਨਹੀਂ ਸੀ। ਉਹਨਾਂ ਦੇ ਪੈਰ ਤਾਂ ਪੰਜਾ ਹੀ ਲੱਗਦਾ ਸੀ ਧਰਤੀ ਨੂੰ ਜਦੋਂ ਉਹ ਦੌੜਦੇ ਸੀ ਤੇ ਭੱਜਦੇ ਸੀ, ਜਦੋਂ ਕੰਮ ਕਰਦੇ ਸੀ। ਸਭ ਤੋਂ ਮੂਹਰੇ ਹੋ ਕੇ ਕੰਮ ਕਰਦੇ ਸੀ।
ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਭੁਲਾਇਆ ਨਹੀਂ ਜਾ ਸਕਦਾ। ਜਦੋਂ ਉਹ ਅੰਮ੍ਰਿਤਸਰ ਤਰਨਤਾਰਨ ਸਾਈਡ ਤੋਂ ਸਾਡੇ ਇਲਾਕੇ 'ਚ ਆਏ ਨੇ ਤੇ ਮੇਰੇ ਕੋਲ ਆਉਂਦੇ ਸੀ, ਮੈਨੂੰ ਕਹਿੰਦੇ ਵੀ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਆ ਲੋਕੀ ਕਹਿੰਦੇ ਵੀ ਇਹ ਬੰਦੇ ਬਾਹਰ ਦੇ ਨੇ, ਇਹਨਾਂ ਨੂੰ ਘਰ ਨਾ ਰੱਖੋ, ਤੇ ਕੋਈ ਸਿੰਘ ਵੀ ਨਹੀਂ ਲੜਦਾ। ਦੱਸੋ ਪ੍ਰਧਾਨ ਜੀ ਕੀ ਕਰੀਏ? ਮੈਨੂੰ ਪ੍ਰਧਾਨ ਕਹਿੰਦੇ ਹੁੰਦੇ ਸੀ, ਮੈਂ ਕਾਲਜ ਪੜ੍ਹਦਾ ਪ੍ਰਧਾਨ ਸੀ। ਮੈਂ ਕਿਹਾ ਇੱਕ ਦਿਨ ਮੋਟਰਸਾਈਕਲ ਲੈ ਕੇ ਆ ਜਾਓ। ਫਿਰ ਰਛਪਾਲ ਸਿੰਘ ਛੰਦਣਾ ਤੇ ਰਣਜੀਤ ਸਿੰਘ ਹੈਪੀ ਹੋਂਡਾ ਮੋਟਰਸਾਈਕਲ ਲੈ ਕੇ ਮੇਰੇ ਕੋਲ ਆ ਗਏ। ਦੁਪਹਿਰ ਦਾ ਟਾਈਮ ਸੀ, ਗਰਮੀ ਦਾ ਮਹੀਨਾ ਸੀ। ਮੈਂ ਕਿਹਾ ਪਿੱਛੇ ਬੈਠੋ, ਮੈਂ ਚਲਾਉਣਾ। ਕਹਿੰਦੇ ਥਾਣੇ ਨਾ ਬਾੜਦੀ ਕਿਤੇ। ਮੈਂ ਜੇ ਥਾਣੇ ਬਾੜਾਂਗੇ ਫਿਰ ਤੁਹਾਡੇ ਨਾਲੇ ਜਾਵਾਂਗੇ ਅੱਗੇ ਵੀ। ਮੈਂ ਘੜੂਏ ਪਿੰਡ ਲੈ ਗਿਆ। ਘੜੂਏ ਪਿੰਡ ਦੇ ਬਾਹਰ ਬਰੌਲੀ ਵਾਲੀ ਸਾਈਡ ਇੱਕ ਮੋਟਰ ਸੀ। ਮੈਂ ਕਿਹਾ ਤੁਸੀਂ ਇੱਥੇ ਬੈਠੋ। ਉਹ ਦੋ ਜਣੇ ਬਹਿ ਗਏ ਤੇ ਮੈਂ ਜਗਜੀਤ ਸਿੰਘ ਘੜੂਏ ਦੇ ਘਰ ਗਿਆ। ਮਾਂ ਜਗਜੀਤ ਸਿੰਘ ਜੀ ਤੁਸੀਂ ਕਹਿੰਦੇ ਸੇਵਾ ਕਰਨੀ ਹੈ, ਦੱਸੋ ਕੀ ਵਿਚਾਰ ਹੈ? ਕਹਿੰਦੇ ਵਿਚਾਰ ਤਾਂ ਜਿਵੇਂ ਤੁਹਾਨੂੰ ਦੱਸੇ ਉਵੇਂ ਹੀ ਨੇ। ਮੈਂ ਚਲੋ ਫਿਰ ਤੁਹਾਨੂੰ ਬਾਈ ਬੁਲਾਉਂਦਾ। ਮੈਂ ਉੱਥੇ ਆਇਆ ਤੇ ਬਾਈ ਨਹੀਂ ਉੱਥੇ ਨਜ਼ਰ ਨਹੀਂ ਆਏ। ਉਹ ਦੋ ਮੋਟਰਾਂ ਛੱਡ ਕੇ ਹੋਰ ਮੋਟਰ ਤੇ ਜਾ ਬੈਠੇ। ਜਦੋਂ ਮੈਂ ਬੁਲਾ ਕੇ ਗੱਲਬਾਤ ਕੀਤੀ, ਬਾਈ ਕਹਿਣ ਲੱਗਿਆ ਵੀ ਜਿੰਨਾ ਚਿਰ ਨਹੀਂ ਪਤਾ ਲੱਗਦਾ ਸਰਕਾਰ ਨੂੰ ਤੁਸੀਂ ਘਰ ਰਹਿ ਕੇ ਸੇਵਾ ਕਰੋ। ਉਹ ਕਹਿੰਦਾ ਬਾਈ ਜੀ ਬਿਲਕੁਲ ਗਲਤ ਹੈ। ਪਹਿਲਾਂ ਮੇਰੇ ਤੇ ਬਹੁਤ ਤਸ਼ੱਦਦ ਹੋਇਆ, ਜੇ ਸੇਵਾ ਕਰਨੀ ਤਾਂ ਤੁਹਾਡੇ ਨਾਲ ਜਾ ਕੇ ਕਰਨੀ ਆ, ਮੈਂ ਘਰ ਬਹਿ ਕੇ ਸੇਵਾ ਨਹੀਂ ਕਰਨੀ। ਉਹ ਪਹਿਲਾ ਬੰਦਾ ਸੀ ਜਿਹੜਾ ਬਾਈਆਂ ਦੇ ਨਾਲ ਤੋਰਿਆ ਤੇ 18 ਘੰਟੇ ਉਹ ਪਾਠ ਕਰਦਾ ਸੀ। ਬਾਅਦ 'ਚ ਅਖਬਾਰਾਂ 'ਚ ਵੀ ਇਹ ਗੱਲਾਂ ਲੱਗੀਆਂ। ਤੇ ਉਸ ਤੋਂ ਬਾਅਦ ਮੈਂ ਜੇ ਲੰਮਾ ਲੈ ਜਾ, ਬਹੁਤ ਲੰਮੀ ਗੱਲ ਹੈ, ਮੈਂ ਨਾ ਲੰਮਾ ਬੋਲਾਂ ਵੀ ਮੇਰੇ ਨਾਲ ਮੇਰੇ ਦੋਸਤ ਆਏ ਨੇ ਸਰਬਜੀਤ ਸਿੰਘ ਸਿੱਧੂਪੁਰ ਤੋਂ। ਇਹ ਵੀ ਉਹਨਾਂ ਦੇ ਨਾਲ ਸਾਥੀ ਰਹੇ ਨੇ। ਇਹਨਾਂ ਦੇ ਪਿੰਡ ਬੜਾ ਵੱਡਾ ਕਾਂਡ ਵਾਪਰਿਆ ਸੀ ਤੇ ਲਟੇਰਿਆਂ ਨੇ ਪਿੰਡ ਦੇ ਨੌਜਵਾਨਾਂ ਨੂੰ ਵੱਢ ਕੇ ਖੂਹ ਸੁੱਟਦਾ ਸੀ। ਉਹ ਬਦਲਾ ਵੀ ਉਹਨਾਂ ਜਰਨੈਲਾਂ ਨੇ ਲਿਆ ਸੀ। ਬੜੀ ਚਰਚਾ ਹੋਈ ਸੀ ਉਸ ਕਾਂਡ ਦੀ ਤੇ ਉਹ ਵੀ ਉਸ ਪਿੰਡ ਨਾਲ ਸੰਬੰਧਾਂ ਨੇ ਬੜੀ ਲੰਮੀ ਸਮਾਂ ਜੇਲ੍ਹ ਕੱਟੀ ਹੈ ਤੇ ਘਰ ਤੱਕ ਗਵਾ ਲਿਆ। ਤੇ ਖਾਲਸਾ ਜੀ ਇਹ ਜਿਹੜੀ ਸ਼ਹੀਦੀ ਹੈ ਭਾਵੇਂ ਰਛਪਾਲ ਸਿੰਘ ਜੀ ਦੀ ਹੋਈ, ਉਹ ਵੀ ਸਿੱਖ ਰਾਜ ਲਈ ਹੋਈ ਹੈ ਤੇ ਬੰਦਾ ਸਿੰਘ ਦੀ ਬਹਾਦਰ ਦੀ ਜਿਹੜੀ ਸ਼ਹੀਦੀ ਸੀ ਉਹ ਵੀ ਸਿੱਖ ਰਾਜ ਲਈ ਸੀ। ਜੋ ਤਸ਼ੱਦਦ ਹੋਇਆ ਇੱਕ ਝੂਠਾ ਜੀ, ਝੂਠੀ ਗੱਲ ਨਹੀਂ ਹੈ। ਅਸੀਂ ਇਕੱਠੇ ਰਹਿੰਦੇ ਸੀ, ਸਾਨੂੰ ਪਤਾ ਸੀ। ਜਿਹੜਾ ਬੰਦਾ ਸਾਈਲੈਂਟ ਨਹੀਂ ਰੱਖਦਾ ਉਹ ਫਿਰ ਕਿੱਥੇ ਕਿਸ ਤੋਂ ਡਰਦਾ? ਉਹਦੇ ਮਨ 'ਚ ਕੋਈ ਡਰ ਨਹੀਂ। ਸੋ ਖਾਲਸਾ ਜੀ ਸਾਨੂੰ ਇਹੀ ਮਾਣ ਹੈ। ਹੁਣ ਤਾਂ ਉਮਰ ਵੀ ਬਹੁਤ ਹੋ ਗਈ ਵੀ ਬੜਾ ਅਸੀਂ ਆਨੰਦ ਮਾਣਿਆ, ਬੜਾ ਇਕੱਠੇ ਰਹੇ ਆ ਤੇ ਸਾਨੂੰ ਵੀ ਮਾਣ ਹੈ ਵੀ ਉਹਨਾਂ ਦੀ ਜਿਹੜੀ ਕੁਰਬਾਨੀ ਆ, ਜਿਹੜੇ ਉਹਨਾਂ ਨੇ ਕੰਮ ਕੀਤੇ ਨੇ। ਉਹ ਮੈਂ ਪਿੱਛੇ ਜੇ ਬਿਆਨ ਲੱਗਿਆ ਸੀ ਆਪਣੇ MP ਬਿੱਟੂ ਦਾ ਵੀ ਸਾਡੇ ਸਰਪੰਚ ਮਾਰਦੇ ਗਲਤ ਸੀ। ਉਹ ਗਲਤ ਬੰਦਾ ਨਹੀਂ ਸੀ ਮਾਰਦੇ। ਜੇ ਕੋਈ ਮਾਰਿਆ ਵੀ ਜਾਂਦਾ ਸੀ ਉਹਦੀ ਜਾ ਕੇ ਅਰਦਾਸ ਕਰਦੇ ਸੀ। ਮਰੰਡੇ ਲਾਗੇ ਉਹਨਾਂ ਨੇ ਇੱਕ ਮੁੰਡਾ ਕੁੱਟਿਆ ਡੰਡਿਆਂ ਨਾਲ। ਜਦੋਂ ਕੁੱਟਿਆ ਉਹ ਮਰ ਗਿਆ, ਘਬਰਾ ਕੇ ਘਰ ਜਾ ਕੇ ਮਰ ਗਿਆ। ਦੂਜੇ ਦਿਨ ਮੈਨੂੰ ਪਤਾ ਲੱਗਿਆ ਵੀ ਗੋਲੂ ਮਰ ਗਿਆ। ਜਦੋਂ ਮੈਂ ਗਿਆ ਮੈਂ ਕਿਹਾ ਬਾਈ ਬਹੁਤ ਮਾੜੀ ਗੱਲ ਹੋ ਗਈ। ਮੈਂ ਕਿਹਾ ਉਹਦਾ ਬਾਪ ਵੀ ਮਾਂ ਬਾਪ ਅੰਨੇ ਨੇ। ਕਹਿੰਦਾ ਅੱਛਾ। ਕਹਿੰਦਾ ਵੀ ਮੌਤ ਹੋ ਗਈ। ਮੈਂ ਵੀ ਘਬਰਾ ਗਿਆ। ਉਹ ਜਦੇ ਬਾਈ ਨੇ ਉਹਦੇ ਘਰ ਪੈਸੇ ਭੇਜੇ, ਨਾਲੇ ਐਵੇਂ ਸਭ ਗੁਰਦੁਆਰਾ ਮਰੰਡੇ ਦੇ ਲਾਗੇ ਪੈਂਦਾ, ਉੱਥੇ ਅਰਦਾਸ ਕੀਤੀ ਵੀ ਬਹੁਤ ਵੱਡੀ ਸਾਤੋਂ ਗਲਤੀ ਹੋਈ। ਉਹ ਨਜਾਇਜ਼ ਕਿਸੇ ਨੂੰ ਨਹੀਂ ਮਾਰਦੇ। ਇਹ ਤਾਂ ਐਵੇਂ ਲੋਕ ਗੱਲਾਂ ਬਣਾਉਂਦੇ ਨੇ ਸਿੰਘਾਂ ਨੂੰ ਬਦਨਾਮ ਕਰਨ ਵਾਸਤੇ। ਜੇ ਉਹ ਲੋਕਾਂ ਨੂੰ ਮਾਰ ਦਿੰਦੇ ਫਿਰ ਘਰ-ਬਾਰ ਵੀ ਕੋਠੀਆਂ ਹੁੰਦੀਆਂ। ਘਰ ਦਾ ਹਾਲ ਤੁਸੀਂ ਵੇਖ ਲਓ। ਸੋ ਇਹਨਾਂ ਨੂੰ ਕਹਿੰਦਾ ਖਿਮਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਦਾ ਭਾਈ ਅਮਰੀਕ ਸਿੰਘ ਜੀ ਬੱਲੋਵਾਲ ਨੂੰ, ਉਹ ਸਮੇਂ ਦੀ ਨੁਜਾਕਤ ਨੂੰ ਦੇਖਦੇ ਹੋਏ ਆਪਣੀ ਹਾਜ਼ਰੀ ਲਵਾਉਣ। ਭਾਈ ਅਮਰੀਕ ਸਿੰਘ ਜੀ ਬੱਲੋਵਾਲ ਸਿੰਘ ਸਾਹਿਬ, ਉਹਨਾਂ ਨੂੰ ਬੇਨਤੀ ਕਰਦੇ ਹਾਂ ਇੱਥੇ ਹੀ ਸਾਜਣ। ਭਾਈ ਅਮਰੀਕ ਸਿੰਘ ਜੀ। ਜੁਗੋ ਜੁਗ ਅਟਲ ਸਾਹਿਬ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਆਪਾਂ ਉਸ ਮਹਾਨ ਯੋਧੇ ਜਰਨੈਲ ਦੀ ਯਾਦ ਦੇ ਵਿੱਚ ਗੁਰੂ ਸਾਹਿਬਾਨ ਦੀ ਹਜ਼ੂਰੀ ਦੇ ਵਿੱਚ ਇਕੱਤਰ ਹੋਏ ਆ, ਜਿਸ ਯੋਧੇ ਜਰਨੈਲ ਨੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਤੈਅ ਕੀਤੇ ਹੋਏ ਮੰਜ਼ਿਲੇ ਮਕਸੂਦ ਦੇ ਪ੍ਰਾਪਤੀ ਵਾਸਤੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ। ਸ਼ਹੀਦ ਭਾਈ
ਰਛਪਾਲ ਸਿੰਘ ਜੀ ਛੰਦੜਾ, ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਤੈਅ ਕੀਤੀ ਹੋਈ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਸਤੇ ਰਣ ਤੱਤੇ ਦੇ ਵਿੱਚ ਜੂਝਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕੀਤੀ, ਉਹਨਾਂ ਬਾਰੇ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਰਿਆਂ ਨੇ ਆਪ ਜੀ ਦੇ ਨਾਲ ਭਾਈ ਸਾਹਿਬ ਦੇ ਜੀਵਨ ਦੇ ਬਾਰੇ ਗਥਾਵਾਂ ਸਾਂਝੀਆਂ ਕੀਤੀਆਂ ਨੇ। ਆਪਣੇ ਜੀਵਨ ਨੂੰ ਕਿਸੇ ਮਿਸ਼ਨ ਦੇ ਲੇਖੇ ਲਾ ਦੇਣਾ ਕੋਈ ਸੌਖਾ ਨਹੀਂ ਹੁੰਦਾ, ਤੇ ਸਾਨੂੰ ਮਾਣ ਹੈ ਕਿ ਭਾਈ ਰਛਪਾਲ ਸਿੰਘ ਜੀ ਛੰਦੜਾ ਨੇ ਕੇਵਲ ਆਪਣਾ ਜੀਵਨ ਹੀ ਕੌਮ ਦੇ ਲੇਖੇ ਨਹੀਂ ਲਾਇਆ, ਸਗੋਂ ਆਪਣੇ ਪਰਿਵਾਰ ਦਾ ਜੀਵਨ ਵੀ ਕੌਮ ਦੇ ਲੇਖੇ ਲਾ ਦਿੱਤਾ। ਅਕਸਰ ਇਹ ਦੇਖਣ ਵਿੱਚ ਆਇਆ ਹੈ ਕਿ ਕਿਸੇ ਪਰਿਵਾਰ ਦੇ ਵਿੱਚੋਂ ਕੋਈ ਇੱਕ ਮੈਂਬਰ, ਦੋ ਮੈਂਬਰ ਸ਼ਹੀਦਾਂ ਦੇ ਰਸਤੇ ਤੇ ਤੁਰਦੇ ਨੇ, ਪਰ ਇਹ ਪੂਰੇ ਦਾ ਪੂਰਾ ਪਰਿਵਾਰ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇ ਰਿਹਾ ਹੈ। ਅੱਜ ਵੀ ਸ਼ਹੀਦ ਭਾਈ ਰਛਪਾਲ ਸਿੰਘ ਜੀ ਹੋਣਾ ਦੇ ਸੁਪੁੱਤਰ ਭਾਈ ਅੰਮ੍ਰਿਤਪਾਲ ਸਿੰਘ ਜੀ, ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਵਿੱਚ ਬਤੌਰ ਮੁੱਖ ਸੇਵਾਦਾਰ ਪ੍ਰਧਾਨ ਦੇ ਸੇਵਾ ਨਿਭਾ ਰਹੇ ਨੇ, ਉਹਨਾਂ ਦੇ ਜੀਵਨ ਦੇ ਵਿੱਚੋਂ, ਉਹਨਾਂ ਦੇ ਜਜ਼ਬੇ ਵਿੱਚੋਂ ਵੀ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ ਦੀ ਉੱਚੀ ਸੁੱਚੀ ਸੋਚ ਦਾ ਝਲਕਾਰਾ ਪੈਂਦਾ ਹੈ। ਸਮਾਂ ਬੜਾ ਸੀਮਤ ਹੈ, ਤੇ ਸੀਮਤ ਸਮੇਂ ਦੇ ਵਿੱਚ ਇੱਕ ਛੋਟੀ ਜਿਹੀ ਬੇਨਤੀ ਸੰਗਤ ਦੇ ਚਰਨਾਂ ਵਿੱਚ ਕਰਨੀ ਚਾਹੁੰਦਾ ਹਾਂ। ਭਾਵੇਂ ਕਿ ਪੰਜਾਬ ਦੀ ਧਰਤੀ ਤੇ ਬੜੇ ਵੱਡੇ ਸੰਘਰਸ਼ ਲੜੇ ਗਏ ਨੇ, ਜਿੱਤੇ ਗਏ ਨੇ, ਤੇ ਕੁਝ ਸੰਘਰਸ਼ ਅਜੇ ਵੀ ਜਾਰੀ ਨੇ। ਪੰਜਾਬ ਦੀ ਧਰਤੀ ਤੇ ਸ਼ੁਰੂ ਹੋਇਆ ਫਸਲਾਂ ਤੇ ਨਸਲਾਂ ਬਚਾਉਣ ਦਾ ਸੰਘਰਸ਼, ਜਿਹੜਾ ਲਗਭਗ 1.5 ਸਾਲ ਦਾ ਸਮਾਂ ਤੈਅ ਕਰਕੇ ਦਿੱਲੀ ਦੀਆਂ ਬਰੂਹਾਂ ਤੇ ਜਾ ਬੈਠਾ, ਜਿਸ ਸੰਘਰਸ਼ ਦੇ ਵਿੱਚ ਪ੍ਰਮੁੱਖ ਨਾਅਰਾ ਸੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਅੱਜ ਇਸ ਨਾਅਰੇ ਨੂੰ ਖੇਰੂ ਕਰਨ ਵਾਸਤੇ, ਇਸ ਨਾਅਰੇ ਦਾ ਮਹੱਤਵ ਘਟਾਉਣ ਵਾਸਤੇ ਕੋਸ਼ਿਸ਼ਾਂ ਹੋ ਰਹੀਆਂ ਨੇ। ਅੱਜ ਤੁਸੀਂ ਦੇਖਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਮਤੇ ਆ ਰਹੇ ਨੇ, ਜਿਨ੍ਹਾਂ ਮਤਿਆਂ ਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਜੀਰੀ ਲਾਉਣ ਵਾਲੇ, ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀਆਂ ਮਿਹਨਤਾਨਾ ਜਿਹੜਾ ਹੈ ਉਹ ਸੀਮਤ ਕੀਤਾ ਜਾ ਰਿਹਾ। ਹੁਣ ਇਹਦੇ ਵਾਸਤੇ ਕੋਈ ਹੋਰ ਜ਼ਿੰਮੇਵਾਰ ਨਹੀਂ। ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਕੁਝ ਕੁ ਕਿਸਾਨ ਜਥੇਬੰਦੀਆਂ ਤੇ ਕੁਝ ਮਜ਼ਦੂਰ ਜਥੇਬੰਦੀਆਂ ਜਿਹੜਾ ਆਪਣਾ ਜਨ ਆਧਾਰ ਲੋਕਾਂ ਦੇ ਵਿੱਚ ਵਧਾਉਣ ਦੀ ਖਾਤਰ ਇਸ ਮਸਲੇ ਨੂੰ ਗੁੰਝਲਦਾਰ ਬਣਾਉਂਦੀਆਂ ਜਾ ਰਹੀਆਂ ਨੇ। ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਵਿੱਚ ਪ੍ਰਚਾਰ ਕਰ ਰਹੀਆਂ ਕਿ ਮਜ਼ਦੂਰਾਂ ਨੂੰ ਇਸ ਸੀਮਤ ਰਕਮ ਤੋਂ ਵੱਧ ਮਿਹਨਤਾਨਾ ਨਹੀਂ ਦੇਣਾ, ਤੇ ਮਜ਼ਦੂਰ ਜਥੇਬੰਦੀਆਂ ਮਜ਼ਦੂਰਾਂ ਨੂੰ ਇਹ ਕਹਿ ਕੇ ਭੜਕਾ ਰਹੀਆਂ ਨੇ ਵੀ 8,000 10,000 ਤੋਂ ਘੱਟ ਤੁਸੀਂ ਝੋਨਾ ਲਾਉਣਾ ਨਹੀਂ। ਮੈਂ ਸਿੱਧੇ ਤੌਰ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਕਹਿਣਾ ਚਾਹੁੰਦਾ ਕਿ ਇਹ ਸਿੱਧੀ ਸਾਜ਼ਿਸ਼ ਹੈ ਕਿਸਾਨ ਤੇ ਮਜ਼ਦੂਰ ਦੀ ਏਕਤਾ ਨੂੰ ਤੋੜਨ ਦੀ, ਔਰ ਇਹਦੇ ਪਿੱਛੇ ਕੋਈ ਹੋਰ ਨਹੀਂ, ਇਹਦੇ ਪਿੱਛੇ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਔਰ ਸਾਜ਼ਿਸ਼ ਕਰ ਰਹੀ ਹੈ, ਤੇ ਅਸੀਂ ਜਾਣੇ ਅਣਜਾਣੇ ਦੇ ਵਿੱਚ ਇਸ ਸਾਜ਼ਿਸ਼ ਦਾ ਸ਼ਿਕਾਰ ਹੋ ਰਹੇ ਹਾਂ। ਮੇਰੀ ਅੱਜ ਇੱਕੋ ਹੀ ਬੇਨਤੀ ਹੈ ਸਾਰੇ ਪੰਜਾਬ ਦੇ ਦਰਦੀ ਲੋਕਾਂ ਨੂੰ, ਸੰਗਤ ਦੀ ਹਜ਼ੂਰੀ ਦੇ ਵਿੱਚ ਬੈਠੀਆਂ ਗੁਰੂ ਰੂਪ ਸੰਗਤਾਂ ਨੂੰ, ਕਿ 1.5 ਸਾਲ ਦਾ ਸਮਾਂ ਜਿਨ੍ਹਾਂ ਭਰਾਵਾਂ ਦੇ ਨਾਲ ਬੈਠ ਕੇ ਅਸੀਂ ਇਕੱਠੇ ਬੈਠ ਕੇ ਦੁੱਖ ਸੁੱਖ ਵੰਡਾਉਂਦੇ ਰਹੇ ਹਾਂ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਨਾਅਰਾ ਲਾਉਂਦੇ ਰਹੇ ਹਾਂ, ਉਹਨਾਂ ਦੇ ਨਾਲ ਜੇ ਕੋਈ ਮਜ਼ਦੂਰੀ ਤੈਅ ਕਰਨ ਦਾ ਮਸਲਾ ਹੈ ਤੇ ਉਹ ਅਸੀਂ ਆਪ ਬੈਠ ਕੇ ਤੈਅ ਕਰ ਸਕਦੇ ਹਾਂ, ਸੁਲਝਾ ਸਕਦੇ ਹਾਂ। ਇਸ ਮਸਲੇ ਨੂੰ ਇੰਨਾ ਗੁੰਝਲਦਾਰ ਨਾ ਬਣਾਓ ਕਿ ਇਸ ਮਸਲੇ ਦਾ ਫਾਇਦਾ ਕੇਂਦਰ ਦੀ ਭਾਜਪਾ ਸਰਕਾਰ ਨੂੰ ਹੋ ਜਾਵੇ। 2022 ਦੇ ਵਿੱਚ ਚੋਣਾਂ ਆਣ ਖੜੀਆਂ ਨੇ। ਸਭ ਨੂੰ ਪਤਾ ਹੈ ਕਿ ਭਾਜਪਾ ਦੀ ਟੇਕ ਬਹੁਜਨ ਸਮਾਜ ਦੀ ਵੋਟ ਦੇ ਉੱਤੇ ਟਿਕੀ ਹੋਈ ਹੈ, ਤੇ ਜੇ ਇਹ ਮਸਲਾ ਇਸੇ ਤਰ੍ਹਾਂ ਗੁੰਝਲਦਾਰ ਹੁੰਦਾ ਗਿਆ ਤੇ ਬਹੁਜਨ ਸਮਾਜ ਦੀ ਵੋਟ ਸਿੱਧੇ ਰੂਪ ਦੇ ਵਿੱਚ ਭਾਜਪਾ ਦੇ ਹੱਕ ਵਿੱਚ ਭੁਗਤ ਜਾਵੇਗੀ, ਤੇ ਇਹਦੇ ਨਾਲ ਜਿੱਥੇ ਕਿਸਾਨ ਸੰਘਰਸ਼ ਹਾਰਨਗੇ ਉੱਥੇ ਹੀ ਮਜ਼ਦੂਰ ਆਪਣੀ ਕਿਰਤ ਕਮਾਈ ਦਾ ਸੰਘਰਸ਼ ਜਿਹੜਾ ਉਹ ਹਾਰ ਜਾਣਗੇ। ਸੋ ਜਿਨ੍ਹਾਂ ਦੇ ਨਾਲ ਭਾਈਚਾਰਕ ਸਾਂਝ ਬੜੀ ਗੂੜੀ ਹੋਵੇ, ਜਿਨ੍ਹਾਂ ਦੇ ਨਾਲ ਦੁੱਖ ਸੁੱਖ ਸਾਂਝੇ ਹੋਣ, ਉਹਨਾਂ ਦੇ ਪ੍ਰਤੀ ਮਤੇ ਪਾਸ ਕਰਕੇ ਸੋਸ਼ਲ ਮੀਡੀਆ ਤੇ ਕਮਾਉਣੇ ਨਹੀਂ ਚਾਹੀਦੇ। ਪਿੰਡ ਦੇ ਸਿਆਣੇ ਤੇ ਸੁਹਿਰਦ ਸੱਜਣਾ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਅਜਿਹੀਆਂ ਕਾਰਵਾਈਆਂ ਨਾ ਹੋਣ। ਅਸੀਂ ਬੈਠ ਕੇ ਆਪਸ ਦੇ ਵਿੱਚ ਇੱਕ ਉਹ ਮਿਹਨਤਾਨਾ ਰਕਮ ਤੈਅ ਕਰ ਲਈਏ ਜਿਹਦੇ ਵਿੱਚ ਮਜ਼ਦੂਰ ਨੂੰ ਵੀ ਲੱਗੇ ਕਿ ਮੇਰੀ ਮਿਹਨਤ ਦਾ ਹੱਕ ਮੈਨੂੰ ਮਿਲ ਗਿਆ, ਤੇ ਕਿਸਾਨ ਨੂੰ ਵੀ ਲੱਗੇ ਕਿ ਜੋ ਮੈਂ ਕੰਮ ਕਰਾਇਆ ਸੀ ਉਸ ਦੇ ਹਿਸਾਬ ਦੇ ਨਾਲ ਹੀ ਮੈਂ ਪੈਸੇ ਦਿੱਤੇ ਨੇ। ਨਾ ਕਿਸਾਨ ਨਾਲ ਵਾਧੀ ਹੋਵੇ, ਨਾ ਮਜ਼ਦੂਰ ਨਾਲ ਵਾਧੀ ਹੋਵੇ।
ਇਹ ਉਪਰਾਲਾ ਤੁਹਾਨੂੰ ਕਰਨਾ ਪੈਣਾ ਹੈ। ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਕੁਝ ਕੁ ਇਸ ਮਸਲੇ ਨੂੰ ਕੇਵਲ ਤੇ ਕੇਵਲ ਆਪਣੀ ਪ੍ਰਸ਼ੰਸਾ ਖੱਟਣ ਵਾਸਤੇ ਗੁੰਝਲਦਾਰ ਬਣਾਈਆਂ ਜਾ ਰਹੀਆਂ ਨੇ ਔਰ ਇਹਦਾ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਹੋਣ ਵਾਲਾ ਹੈ। ਅੰਤ ਦੇ ਵਿੱਚ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਤਮਸਤਕ ਹੁੰਦਾ ਹੋਇਆ ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦੜਾ ਤੇ ਉਹਨਾਂ ਦੀ ਪਰਿਵਾਰ ਦੀ ਇਸ ਲਸਾਨੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ ਕੌਮ ਦੇ ਜਰਨੈਲਾਂ, ਕੌਮ ਦੇ ਅਣਖੀ ਮਰਦ ਦਲੇਰਾਂ ਨੂੰ ਸਜਦਾ ਕਰਦਾ ਹੋਇਆ ਜਿਤਨੀਆਂ ਵੀ ਸਤਿਕਾਰਤ ਸ਼ਖਸੀਅਤਾਂ ਅੱਜ ਸੰਗਤਾਂ ਦੇ ਵਿੱਚ ਹਾਜ਼ਰ ਨੇ ਸਭ ਨੂੰ ਫਤਿਹ ਬੁਲਾਉਂਦਾ ਹੋਇਆ ਇਜਾਜ਼ਤ ਲੈਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਸਾਹਿਬ ਭਾਈ ਕਮਰਪਾਲ ਸਿੰਘ ਜੀ ਦਲ ਖਾਲਸਾ। ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਰੂਪ ਖਾਲਸਾ ਜੀ, ਆਓ ਫਤਿਹ ਗੁਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਦੋਂ ਅਸੀਂ ਸ਼ਹੀਦ ਸਿੰਘ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ, ਚੇਤੇ ਕਰਨ ਲਈ ਇਸ ਹਾਲ ਦੇ ਵਿੱਚ ਦਾਖਲ ਹੋਏ ਤਾਂ ਤੁਸੀਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਦੇ ਅੱਗੇ ਇੱਕ ਭਾਈ ਰਛਪਾਲ ਸਿੰਘ ਦੀ ਤਸਵੀਰ ਦੇਖੀ ਹੋਏਗੀ ਜਿਹਦੇ 'ਚੋਂ ਬੜੀ ਬੁਰੀ ਤਰੀਕੇ ਦੇ ਨਾਲ ਭਾਰਤੀ ਹਕੂਮਤ ਦੇ ਤਸ਼ੱਦਦ ਦੇ ਸ਼ਿਕਾਰ ਉਹਨਾਂ ਦੀ ਤਸਵੀਰ ਪਈ ਹੈ, ਜਿਹਦੇ 'ਚੋਂ ਤਸਵੀਰ ਸਾਨੂੰ ਇਹ ਦੱਸ ਰਹੀ ਹੈ ਕਿ ਭਾਰਤੀ ਹਕੂਮਤ ਦੀ ਦਰਿੰਦਗੀ ਦੀ ਇੰਤਹਾ, ਕਿਵੇਂ ਸਾਡੇ ਨੌਜਵਾਨਾਂ ਨੂੰ, ਜੁਝਾਰੂਆਂ ਨੂੰ ਤਸੀਹੇ ਕੇਂਦਰਾਂ ਦੇ ਵਿੱਚ ਫੜ ਕੇ, ਕਿਵੇਂ ਤਸੀਹੇ ਦੇ ਕੇ, ਅਣਮਨੁੱਖੀ ਤਸੀਹੇ ਦੇ ਕੇ ਫਰਜ਼ੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਜਾਂਦਾ ਸੀ, ਉਸ ਇੰਤਹਾ ਦੀ ਅੱਜ ਮੂਰਤ ਹੈ ਉਹ ਤਸਵੀਰ। ਜਿਨ੍ਹਾਂ ਵੀਰਾਂ ਨੇ ਜਿਹੜੇ ਇੱਥੇ ਬੈਠੇ ਨੇ, ਬਹੁਤਾਤ ਲੋਕ ਉਹ ਨੇ ਜਿਹੜੇ ਸੰਘਰਸ਼ ਨਾਲ ਪਹਿਲਾਂ ਵੀ ਜੁੜੇ ਰਹੇ ਨੇ, ਇਸ ਪਰਿਵਾਰ ਨਾਲ ਵੀ ਜੁੜੇ ਰਹੇ ਨੇ, ਤੇ ਬਹੁਤਿਆਂ ਨੇ ਪਨਾਹ ਦੇ ਕੇਸ 'ਚ ਜ਼ਰੂਰ ਥਾਣਿਆਂ ਦੇ ਵਿੱਚ ਚੱਕਰ ਲਾਏ ਹੋਣਗੇ। ਅਸੀਂ ਸਾਰੇ ਜਾਣਦੇ ਹਾਂ ਕਿ ਉੱਥੇ ਦਾ ਜਿਹੜਾ ਇੱਕ ਡਰਾਉਣਾ ਮੰਜ਼ਰ ਹੁੰਦਾ ਸੀ, ਜਦੋਂ ਬੰਦੇ ਨੂੰ ਜਿਸ ਤਰੀਕੇ ਦੇ ਨਾਲ ਪਿੱਛੇ ਬਾਹਾਂ ਬੰਨ੍ਹ ਕੇ, ਅੱਖਾਂ ਬੰਨ੍ਹ ਕੇ ਅੰਦਰ ਲਿਜਾਇਆ ਜਾਂਦਾ ਹੈ ਤੇ ਜੋ ਅੰਦਰ ਵਾਪਰਦਾ ਉਹ ਲੂਹ ਖੜੇ ਕਰਦਾ ਨਾ, ਤੇ ਇਸ ਵੀਰ ਦਾ ਹਾਲ ਤੁਸੀਂ ਉਹਦੀ ਤਸਵੀਰ ਤੋਂ ਦੇਖੋ ਕਿਵੇਂ ਅੰਦਰ ਕੀਤਾ ਹੋਏਗਾ। ਉਹਦੀ ਸਿਦਕ ਦਿਲੀ ਹੈ ਕਿ ਉਹ ਗੁਰੂ ਦੇ ਭਾਣੇ 'ਚ ਉਹ ਔਖਾ ਵੇਲਾ ਨਿਭਾ ਗਿਆ। ਇਹ ਹੈ ਉਹਦੀ ਵਡਿਆਈ ਜਿਹਦੀ ਯਾਦ ਵਿੱਚ ਅੱਜ ਅਸੀਂ ਜੁੜੇ ਹਾਂ। ਬਹੁਤ ਔਖਾ ਹੁੰਦਾ ਉੱਥੇ ਸਟੇਜਾਂ ਤੇ ਗੱਲਾਂ ਕਰਨੀਆਂ, ਕਵੀਆਂ ਕਵੀਸ਼ਰੀਆਂ ਦੇ ਬੋਲਣਾ, ਬੁਲਾਰਿਆਂ ਦੀਆਂ ਗੱਲਾਂ ਕਰਨੀਆਂ। ਜਿਨ੍ਹਾਂ ਨੇ ਨਹੀਂ ਇਹ ਮੰਜ਼ਰ ਦੇਖਿਆ, ਲੇਕਿਨ ਜਿਨ੍ਹਾਂ ਨੇ ਦੇਖਿਆ, ਜਿਨ੍ਹਾਂ ਨੇ ਥੋੜੀ ਜਿਹੀ ਵੀ ਝਲਕ ਦੇਖੀ ਹੈ ਨਾ, ਉਹ ਸਮਝ ਜਾਣਗੇ ਕਿ ਵੀਰ ਰਛਪਾਲ ਸਿੰਘ ਤੇ ਕੀ ਬੀਤੀ ਹੋਏਗੀ। ਵੀਰ ਰਛਪਾਲ ਸਿੰਘ ਕਿਉਂ ਸ਼ਹੀਦ ਹੋਇਆ, ਇਹਦਾ ਸੌਖਾ ਜਿਹਾ ਜਵਾਬ ਹੈ ਕਿ ਉਸ ਦੀ ਜਥੇਬੰਦੀ ਦਾ ਨਾਂ ਕੀ ਸੀ। ਮੈਂ ਉਹਨਾਂ ਦੇ ਬੇਟੇ ਨੂੰ ਕਹਾਂਗਾ, ਉਹਨੇ ਜਥੇਬੰਦੀ ਦਾ ਨਾਂ ਅਧੂਰਾ ਲਿਖਿਆ। ਪਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਸੀ, BTFK ਸੀ, ਮਗਰ ਅਗਲੀ ਵਾਰ ਦਰੁਸਤ ਕਰ ਲੈਣ। ਉਹ ਖਾਲਿਸਤਾਨ ਦੇ ਨਾਂ ਦੀ ਬਣੀ ਹੋਈ ਜਥੇਬੰਦੀ ਦਾ ਜਰਨੈਲ ਸੀ, ਸੋ ਉਹਦੀ ਸ਼ਹਾਦਤ ਖਾਲਿਸਤਾਨ ਲਈ ਹੋਈ ਹੈ, ਖਾਲਿਸਤਾਨ ਦੇ ਲਈ ਜੂਝਦਿਆਂ ਹੋਈ ਹੈ, ਖਾਲਿਸਤਾਨ ਦੇ ਸੰਕਲਪ ਤੇ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਲਈ ਹੋਈ ਹੈ, ਖਾਲਿਸਤਾਨ ਦੀ ਪ੍ਰਾਪਤੀ ਲਈ ਹੋਈ ਹੈ। ਸੋ ਕੋਈ ਇਸ ਬਾਰੇ ਕੋਈ ਸ਼ੱਕ ਸ਼ੁਬਾ ਰਹਿ ਨਹੀਂ ਜਾਂਦਾ ਕਿ ਉਹ ਕਿਉਂ ਤੇ ਕਾਹਦੇ ਲਈ ਸ਼ਹੀਦ ਹੋਇਆ। ਜਦੋਂ ਜਥੇਬੰਦੀ ਦਾ ਆਗੂ ਜਿਸ ਦਾ ਨਾਂ ਖਾਲਿਸਤਾਨ ਹੋਵੇ ਤਾਂ ਬੜਾ ਸਪਸ਼ਟ ਹੈ ਕਿ ਉਹ ਖਾਲਿਸਤਾਨ ਲਈ ਆਪਣਾ ਆਪ ਕੁਰਬਾਨ ਕਰ ਗਿਆ, ਤੇ ਜੇ ਕਰ ਗਿਆ ਤੇ ਅੱਜ ਅਸੀਂ ਉਹਨੂੰ ਸ਼ਰਧਾਂਜਲੀ ਦੇਣ ਲਈ, ਯਾਦ ਕਰਨ ਲਈ ਬੈਠੇ ਹਾਂ ਔਰ ਬੜੇ ਵਰ੍ਹਿਆਂ ਤੋਂ ਬੈਠਦੇ ਆ ਰਹੇ ਹਾਂ। ਤੇ ਫਿਰ ਸਾਡਾ ਫਰਜ਼ ਬਣਦਾ ਹੈ, ਜੇ ਅਸੀਂ ਆਪਣੇ ਆਪ ਨੂੰ ਕੱਲਾ ਅੰਮ੍ਰਿਤਪਾਲ ਉਹਦਾ ਵਾਰਿਸ ਨਹੀਂ ਹੈ, ਅੰਮ੍ਰਿਤਪਾਲ ਉਹਦੀ ਜਾਇਦਾਦ ਦਾ ਵਾਰਿਸ ਹੋ ਸਕਦਾ ਹੈ,
ਉਹਦੇ ਕਿਸੇ ਸਮਾਨ ਦਾ ਵਾਰਿਸ ਹੋ ਸਕਦਾ ਹੈ, ਪਰ ਉਹਦੀ ਵਿਚਾਰਧਾਰਾ ਦੇ ਵਾਰਿਸ ਅਸੀਂ ਸਾਰੇ ਹਾਂ। ਸੋ ਅਸੀਂ ਅਗਰ ਉਸ ਵਿਚਾਰਧਾਰਾ ਦੇ ਵਾਰਿਸ ਹਾਂ ਤੇ ਫਿਰ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਅੱਗੇ ਤੋਰਨਾ ਵੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅੰਮ੍ਰਿਤਪਾਲ ਨੇ ਸਾਨੂੰ ਅੱਜ ਇੱਥੇ ਇਕੱਠਿਆਂ ਕੀਤਾ। ਅਸੀਂ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਹਾਂ, ਪਰ ਸਾਡਾ ਜਿਹੜਾ ਪ੍ਰਣ ਹੈ, ਸਾਡੀ ਜਿਹੜੀ ਸ਼ਰਧਾਂਜਲੀ ਹੈ, ਉਹ ਤਾਂ ਹੀ ਥਾਂ ਪਏਗੀ, ਤਾਂ ਹੀ ਗੁਰੂ ਦੇ ਝੋਲੀ ਦੇ ਵਿੱਚ ਗੁਰੂ ਦੀ ਕੋਲ ਪਹੁੰਚੇਗੀ, ਜੇ ਅਸੀਂ ਉਹਨਾਂ ਦੇ ਛੱਡੇ ਅਧੂਰੇ ਕਾਰਜਾਂ ਨੂੰ ਪੂਰਾ ਕਰਦੇ ਹੋਏ ਇਸ ਸੰਸਾਰ ਤੋਂ ਜਾਵਾਂਗੇ। ਅਸੀਂ ਖਾਲਿਸਤਾਨ ਨੂੰ ਰੂਪਮਾਨ ਕਰ ਸਕੀਏ ਜਾਂ ਨਾ ਕਰ ਸਕੀਏ, ਇਹ ਤਾਂ ਗੁਰੂ ਜਾਣਦਾ, ਪਰ ਸਾਡੀ ਕੋਸ਼ਿਸ਼ਾਂ ਇਸੇ ਤਰ੍ਹਾਂ ਜਾਰੀ ਰਹਿਣੀਆਂ ਚਾਹੀਦੀਆਂ ਨੇ। ਤੇ ਜੇ ਅਸੀਂ ਖਾਲਿਸਤਾਨ ਦੀ ਪ੍ਰਾਪਤੀ ਨਾ ਵੀ ਕਰ ਪਾਏ ਆਪਣੀ ਜ਼ਿੰਦਗੀ ਦੇ ਵਿੱਚ, ਤੇ ਸਾਨੂੰ ਅਗਲੀ ਪਨੀਰੀ ਜਿਹੜੀ ਅੰਮ੍ਰਿਤਪਾਲ ਤੋਂ ਵੀ ਜਿਹੜੀ ਅਗਲੀ ਪਨੀਰੀ ਆਣੀ ਹੈ, ਉਹਨੂੰ ਇਹ ਬੈਟਨ, ਉਹਨੂੰ ਇਹ ਵਿਰਾਸਤ ਦੇ ਕੇ ਜਾਣਾ ਚਾਹੀਦਾ। ਇਸੇ ਤਰ੍ਹਾਂ ਹੀ ਆਜ਼ਾਦੀਆਂ ਮਿਲਦੀਆਂ ਨੇ। ਆਜ਼ਾਦੀਆਂ ਕੋਈ 5 ਸਾਲ 10 ਸਾਲ 15 ਸਾਲ 20 ਸਾਲ 'ਚ ਨਹੀਂ ਮਿਲਦੀਆਂ, ਤੇ ਨਾ ਹੀ ਕਦੀ ਸਮਾਂ ਤੈਅ ਕੀਤਾ ਜਾਂਦਾ ਕਿ ਇੰਨੇ ਸਮੇਂ 'ਚ ਮਿਲ ਜਾਏਗੀ। ਉਹ ਬੜੀਆਂ ਖੁਸ਼ਕਿਸਮਤ ਕੌਮਾਂ ਹੁੰਦੀਆਂ ਨੇ ਜਿਹੜੇ ਥੋੜੇ ਸਮੇਂ 'ਚ ਘੱਟ ਸ਼ਹਾਦਤਾਂ ਦੇ ਨਾਲ ਆਜ਼ਾਦੀ ਪਾ ਲੈਂਦੀਆਂ ਨੇ। ਪਰ ਕਈ ਵਾਰ ਤੁਹਾਡਾ ਦੁਸ਼ਮਣ ਇੰਨਾ ਚਾਤਰ ਤੇ ਤਾਕਤਵਰ ਹੁੰਦਾ ਹੈ। ਹਿੰਦੁਸਤਾਨ ਦੁਨੀਆ ਦਾ ਚੌਥਾ ਤਾਕਤਵਰ ਮੁਲਕ ਹੈ, ਜਿਸ ਨਾਲ ਸਾਡਾ ਆਡਾ ਲੱਗਾ, ਜਿਸ ਤੋਂ ਅਸੀਂ ਆਪਣਾ ਮੁਲਕ ਆਜ਼ਾਦ ਕਰਾਉਣਾ ਹੈ। ਸੋ ਇਹਦੇ ਨਾਲ ਲੜਦਿਆਂ ਹੋਇਆਂ ਸਾਨੂੰ ਹੌਸਲਾ ਹੋਰ ਕਈ ਸਾਲ, ਕਈ ਦਹਾਕੇ ਇਸੇ ਤਰ੍ਹਾਂ ਲੜਨਾ ਪਵੇ। ਉਹ ਮਕਾਰ ਵੀ ਏ, ਚਲਾਕ ਵੀ ਏ, ਤੇ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਉਹਨੇ ਆਪਣੇ ਥੱਲੇ ਵੀ ਲਾਇਆ ਹੋਇਆ। ਇਹ ਵੀ ਸਾਡੀ ਬਦਕਿਸਮਤੀ ਹੈ। ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਅੱਜ ਵੀ ਹਿੰਦੁਸਤਾਨ ਨੂੰ ਆਪਣਾ ਮੁਲਕ ਸਮਝਦਾ ਹੈ, ਅੱਜ ਵੀ ਜਨ ਗਣ ਮਨ ਗਾਉਂਦਾ ਹੈ, ਅੱਜ ਵੀ ਉਹਨੂੰ ਲੱਗਦਾ ਕਿ ਸ਼ਾਇਦ ਸਾਡੀ ਕੋਈ ਨਾ ਕੋਈ ਸੁਣਵਾਈ ਇੱਥੇ ਹੋ ਜਾਏਗੀ, ਜਾਂ ਕਿਤੇ ਨਾ ਕਿਤੇ ਸਾਨੂੰ ਇੱਥੋਂ ਕੋਈ ਹੱਕ ਮਿਲ ਜਾਣਗੇ। ਇਸ ਵਹਿਮ ਦੇ ਵਿੱਚ ਅੱਜ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਜਾਣੇ ਅਣਜਾਣੇ ਹਿੰਦੁਸਤਾਨ ਦੇ ਮਗਰ ਲੱਗਾ ਹੋਇਆ। ਉਹ 26 ਜਨਵਰੀ 15 ਅਗਸਤ ਨੂੰ ਮਨਾਈ ਤੁਰੀ ਜਾਂਦਾ ਹੈ, ਪਰ ਜਿਹੜੀ ਕੌਮ ਦਾ ਹਿੱਸਾ ਇਸ ਤੋਂ ਖਬਰਦਾਰ ਹੈ, ਬਾਹਰ ਹੈ, ਸੁਚੇਤ ਹੈ, ਉਸ ਲਈ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਇਹਨਾਂ ਸ਼ਹੀਦਾਂ ਦੇ ਕਾਰਜਾਂ ਨੂੰ ਅਸੀਂ ਅੱਗੇ ਤੋਰਨਾ, ਜੇ ਇਹਨਾਂ ਦੇ ਸੁਪਨੇ ਸਾਕਾਰ ਕਰਨੇ ਨੇ, ਤੇ ਸਾਨੂੰ ਆਪਣੀ ਇਸ ਲੜਾਈ ਨੂੰ ਆਪਣੇ ਜਿਉਂਦੇ ਜੀ ਆਪਣੇ ਸਾਹਾਂ ਤੱਕ ਲੜਦੇ ਰਹਿਣਾ ਚਾਹੀਦਾ ਹੈ। ਸਾਡੀਆਂ ਕੋਸ਼ਿਸ਼ਾਂ ਜਾਰੀ ਰਹਿਣੀ ਚਾਹੀਦੀਆਂ ਨੇ। ਆਪਸੀ ਇਤਫਾਕ, ਏਕਤਾ ਬਹੁਤ ਜ਼ਰੂਰੀ ਹੈ, ਪਰ ਜੇ ਏਕਤਾ ਇੱਕ ਨਹੀਂ ਵੀ ਹੈ, ਜੇ ਜਥੇਬੰਦੀ ਇੱਕ ਨਹੀਂ ਵੀ ਬਣ ਸਕਦੀ ਇਹੋ ਜਿਹੇ ਹਾਲਾਤਾਂ 'ਚ, ਘੱਟੋ ਘੱਟ ਇੱਕ ਦੂਜੇ ਦੀ ਵਿਰੋਧਤਾ ਜ਼ਰੂਰ ਅਸੀਂ ਖਤਮ ਕਰੀਏ, ਇੱਕ ਦੂਜੇ ਦੇ ਖਿਲਾਫ ਨਾ ਬੋਲੀਏ, ਇੱਕ ਦੂਜੇ ਦੇ ਜਿੰਨੇ ਨੇੜੇ ਆ ਸਕਦੇ ਆ ਚੰਗੀ ਗੱਲ ਹੈ, ਪਰ ਜੇ ਨਹੀਂ ਵੀ ਆ ਸਕਦੇ, ਇਤਫਾਕ ਹੈਗੇ ਨੇ, ਡਿਫਰੈਂਸਿਸ ਹੈਗੇ ਨੇ, ਤਾਂ ਕੋਈ ਗੱਲ ਨਹੀਂ, ਪਰ ਘੱਟੋ ਘੱਟ ਇੱਕ ਦੂਜੇ ਦੇ ਖਿਲਾਫ ਨਾ ਬੋਲੀਏ, ਇੱਕ ਦੂਜੇ ਦੇ ਖਿਲਾਫ ਭੁਗਤੀਏ ਨਾ। ਸੋ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਬਹੁਤ ਚੰਗੀ ਗੱਲ ਹੈ। ਹਰ ਵਰੇ ਅਸੀਂ ਹਰ ਜੂਨ 84 ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਹੈ। ਜਿੱਥੇ ਜਿੱਥੇ ਪ੍ਰੋਗਰਾਮ ਮਨਾਏ ਜਾਂਦੇ ਨੇ ਉੱਥੇ ਉੱਥੇ ਜਾ ਕੇ ਉਹਨਾਂ ਨੂੰ ਯਾਦ ਕਰੀਦਾ, ਨਤਮਸਤਕ ਹੋਈਦਾ, ਔਰ ਉਹਨਾਂ ਦੇ ਅੱਗੇ ਆਪਣਾ ਇੱਕ ਪ੍ਰਣ ਦੁਹਰਾਈਦਾ ਕਿ ਜਿਹੜੇ ਕਾਰਜ ਤੁਸੀਂ ਛੱਡ ਕੇ ਗਏ ਹੋ, ਅਸੀਂ ਉਹਨਾਂ ਕਾਰਜਾਂ ਦੇ ਲਈ ਆਪਣੇ ਆਖਰੀ ਸਾਹ ਤੱਕ ਲੜਦੇ ਰਹਾਂਗੇ, ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦੇ ਰਹਾਂਗੇ, ਔਰ ਇਹੀ ਸਾਡੀ ਸ਼ਰਧਾਂਜਲੀ ਹੈ ਕਿ ਅਸੀਂ ਅਗਲੀ ਪਨੀਰੀ ਨੂੰ ਸੰਘਰਸ਼ ਦੇ ਲਈ ਤਿਆਰ ਕਰ ਜੀਏ। ਅੱਜ ਇਸ ਵੀਰ ਨੂੰ ਜਿਹਦੇ ਤੇ ਬਹੁਤ ਜ਼ਿਆਦਾ ਤਸ਼ੱਦਦ ਹੋਇਆ, ਜਿਹਦੇ ਤੇ ਸਟੇਟ ਟੈਰਰਿਜ਼ਮ ਦਾ ਵਿਕਟਮ ਹੈ, UNO ਕਹਿੰਦੀ ਹੈ ਕਿ ਜਦੋਂ ਫੜ ਕੇ ਤਸ਼ੱਦਦ ਕਰਕੇ ਉਸ ਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿਓ ਜਾਂ ਗੁੰਮ ਕਰ ਦਿਓ, ਉਹ ਸਟੇਟ ਟੈਰਰਿਜ਼ਮ ਦੀ ਇੰਤਹਾ ਹੁੰਦੀ ਏ। ਇਹ ਵੀਰ ਨੇ ਹਿੰਦੁਸਤਾਨ ਦੇ ਸਟੇਟ ਟੈਰਰਿਜ਼ਮ ਦੀ ਇੰਤਹਾ ਦੇਖੀ ਏ, ਆਪਣੇ ਪਿੰਡੇ ਤੇ ਚੱਲੀ ਏ, ਤੇ ਸਾਨੂੰ ਸਾਰਿਆਂ ਨੂੰ ਇੱਕ ਸਬਕ, ਇੱਕ ਲੈਸਨ ਦੇ ਕੇ ਗਿਆ ਕਿ ਇਸ ਸਟੇਟ ਟੈਰਰਿਜ਼ਮ ਦੇ ਖਿਲਾਫ ਆਖਰੀ ਸਾਹ ਤੱਕ ਲੜਦੇ ਰਹਿਣਾ, ਔਰ ਅਸੀਂ ਲੜਦੇ ਰਹਾਂਗੇ। ਇਹੀ ਸਾਡਾ ਵਚਨ ਹੈ ਇਸ ਸ਼ਹੀਦ ਅਤੇ ਇਹਦੇ ਸਾਰੇ ਸਾਥੀਆਂ ਨੂੰ। ਇੰਨਾ ਹੀ ਕਹਿੰਦਾ ਹੋਇਆ ਮੈਂ ਫਤਿਹ ਖਜ਼ਾਨਾ ਦਲ ਖਾਲਸਾ ਵੱਲੋਂ
ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੋਇਆ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਦਾ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਕਿ ਉਹ ਮੰਚ ਤੇ ਆ ਕੇ ਸ਼ਹੀਦਾਂ ਨੂੰ ਸ਼ਰਧਾ ਵਿਅਕਤ ਕਰਨਗੇ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਭਾਈ ਰਿਸ਼ਪਾਲ ਸਿੰਘ ਛੰਦੜਾ ਸਾਹਿਬ ਜੀ ਦੀ ਸ਼ਹੀਦੀ ਬਰਸੀ ਤੇ ਇਕੱਤਰ ਹੋਈ ਸਮੂਹ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਸਮੇਂ ਦੀ ਨਜ਼ਾਕਤ ਦਾ ਵੀ ਖਿਆਲ ਆ ਰਿਹਾ ਹੈ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਵੱਲੋਂ ਸਵੇਰੇ ਮੈਨੂੰ ਹੁਕਮ ਵੀ ਹੋਇਆ ਕਿ ਤੁਸੀਂ 2 ਜਾਂ 5 ਮਿੰਟ ਤੋਂ ਵੱਧ ਨਹੀਂ ਬੋਲਣਾ ਮੇਰੀ ਬਿਮਾਰੀ ਕਰਕੇ। ਮੈਂ 2-3 ਸੂਚਨਾਵਾਂ 3 ਲਾਈਨਾਂ ਵਿੱਚ ਆਪ ਜੀ ਨੂੰ ਦੇਣਾ ਚਾਹੁੰਦਾ ਪਾਰਟੀ ਦੀਆਂ। ਉਸ ਤੋਂ ਬਾਅਦ ਮੈਂ ਇੱਕ ਵਾਕਿਆਤ ਨਾਲ ਆਪਣੀ ਗੱਲ ਖਤਮ ਕਰੂੰਗਾ। ਇੱਕ ਤਾਂ ਇਹ ਕਿ 21 ਜੂਨ ਨੂੰ ਪਾਰਟੀ ਨੇ ਸੰਕਲਪ ਲਿਆ ਹੋਇਆ ਹੈ ਕਿ ਗੱਤਕਾ ਦਿਵਸ ਮਨਾਉਣਾ ਹੈ। ਉਹ ਪ੍ਰਧਾਨ ਸਾਹਿਬ ਜੀ ਦਾ ਹੁਕਮ ਹੈ ਕਿ 21 ਜੂਨ ਨੂੰ ਸਾਰੇ ਹੀ ਜ਼ਿਲ੍ਹੇ ਜਿੰਨੇ ਵੱਧ ਥਾਵਾਂ ਤੇ ਘੱਟੋ ਘੱਟ 2 ਜਿੰਨੇ ਵੱਧ ਥਾਵਾਂ ਤੇ ਗੱਤਕਾ ਦਿਵਸ ਮਨਾ ਸਕਦੇ ਹੋ ਉਹ ਮਨਾਓ। ਦੂਸਰੀ ਗੱਲ ਇਹ ਹੈ ਜਿਹੜਾ ਅਤੀ ਅਹਿਮ ਮੋੜ ਅਸੀਂ ਕੱਟਣ ਜਾ ਰਹੇ ਹਾਂ, ਕੌਮ ਕੱਟਣ ਜਾ ਰਹੀ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬੇਨਤੀ ਰੂਪ ਵਿੱਚ ਸਭ ਦਾ ਸਹਿਯੋਗ ਲੈ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੋਈ ਵੀ ਸਿੱਟਾ ਨਹੀਂ ਨਿਕਲ ਰਿਹਾ, ਉਹਦੇ ਬਾਰੇ ਪ੍ਰਧਾਨ ਸਾਹਿਬ ਨੇ 1 ਤਰੀਕ ਨੂੰ ਐਲਾਨ ਕਰ ਦਿੱਤਾ ਹੈ ਕਿ ਅਸੀਂ 1 ਜੁਲਾਈ ਤੋਂ ਬਰਗਾੜੀ ਵਾਲੀਆਂ ਘਟਨਾਵਾਂ ਤੋਂ ਬਾਈਬਲ ਵਾਲੀਆਂ ਘਟਨਾਵਾਂ ਦੇ ਸੰਬੰਧ ਵਿੱਚ ਮੋਰਚਾ ਲਾਉਣ ਜਾ ਰਹੇ ਹਾਂ। ਉਹਦੇ ਬਾਰੇ ਸਾਰੀ ਪਾਰਟੀ ਨੂੰ, ਸਾਰੀ ਸੰਗਤ ਨੂੰ, ਮੈਂ ਸਾਰੀਆਂ ਧਿਰਾਂ ਨੂੰ ਬੇਨਤੀ ਕਰਦਾ ਕਿ ਸਾਰੇ ਸਹਿਯੋਗ ਕਰੋ। ਅਸੀਂ ਅੱਗੇ ਲੱਗ ਕੇ ਮੋਰਚਾ ਲਾਉਣਾ ਚਾਹੁੰਦੇ ਹਾਂ। ਇੱਕ ਤਾਂ ਇਹ ਬੇਨਤੀ ਸੀ। ਤੀਸਰੀ ਗੱਲ ਮੈਂ ਇਹ ਕਰਨਾ ਚਾਹੁੰਦਾ ਕਿ ਇੱਥੋਂ ਚੌਥਾ ਘਰ ਜੇ ਬਾਹਰ ਨਿਕਲੀਏ ਤਾਂ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਛੰਦੜਾ ਦਾ ਘਰ ਹੈ, ਜਿਹੜਾ ਅੱਜ ਛੱਤਾਂ ਵੀ ਨਹੀਂ ਹਨ। ਤੇ ਦੇਖਿਆ ਜਾ ਸਕਦਾ ਹੈ ਕਿ ਸਟੇਟ ਟੈਰਰਿਜ਼ਮ ਦੀ ਗੱਲ ਜਿਹੜੀ ਆਪਣਾ ਕੰਵਰਪਾਲ ਜੀ ਨੇ ਕੀਤੀ ਹੈ, ਉਹਦੀਆਂ ਤਸਵੀਰਾਂ ਸਾਹਮਣੇ ਦੇਖਣੀਆਂ ਹੋਣ ਜਾਂ ਆਪਣੀਆਂ ਉਮਤਾਂ ਨੂੰ ਦਿਖਾਉਣੀਆਂ ਹੋਣ ਤਾਂ ਉਹ ਕਿਵੇਂ ਦੇਖੀਆਂ ਜਾ ਸਕਦੀਆਂ ਨੇ। ਮੈਂ ਕਹਿਣਾ ਕਿ ਸਾਡੀ ਪਾਰਟੀ ਇਹਦੇ 'ਚ ਪੂਰਾ ਸਹਿਯੋਗ ਕਰੇਗੀ। ਜਿਵੇਂ ਸਰਦਾਰ ਅੰਮ੍ਰਿਤਪਾਲ ਸਿੰਘ ਜੀ, ਸਾਡੀ ਖੁਸ਼ਕਿਸਮਤੀ ਹੈ ਕਿ ਸਾਡੀ ਪਾਰਟੀ ਦੀ ਯੂਥ ਦੇ ਪ੍ਰਧਾਨ ਨੇ ਇਸ ਘਰ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਰਾਹੀਂ ਦੁਨੀਆ ਤੱਕ ਪਹੁੰਚਾਓ ਕਿ ਜਿਹੜੇ ਮੌਜੂਦਾ ਸ਼ਹੀਦ ਸੀ ਉਹਨਾਂ ਨਾਲ ਕੀ ਬੀਤੀ ਸੀ। ਪਿੱਛੇ ਜੇ ਮਾਨੋਚਲ ਸਾਹਿਬ ਦਾ ਘਰ ਵੀ ਵਾਪਸ ਲਿਆ, ਉਹ ਵੀ ਆਇਆ, ਉਹਨੂੰ ਵੀ ਵਧਾਓ। ਇਹ ਸਾਡਾ ਸਰਮਾਇਆ ਨੇ, ਇਹ ਸਰਮਾਇਆ ਸਾਡਾ ਕਾਰਸੇ ਵਾਲੇ ਬਾਬਿਆਂ ਨੇ ਖਤਮ ਵੀ ਕੀਤਾ ਹੈ ਬਹੁਤ ਪਹਿਲਾਂ ਸਾਡਾ, ਪਰ ਇਹਨੂੰ ਸਾਂਭਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਇੱਕ ਤਾਂ ਮੈਂ ਇਹ ਸੰਕਲਪ ਕਰਦਾ। ਮੈਂ ਦੂਜੀ ਜਿਹੜੀ ਲਾਸਟ ਗੱਲ ਅੱਜ ਦੇ ਸੰਬੰਧ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਇਤਿਹਾਸ ਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ। 550 ਸਾਲ ਚੋਂ ਜਿਹੜਾ ਆ ਮੌਜੂਦਾ ਸਮਾਂ ਸੀ, ਮੈਂ ਇੱਕ ਗੱਲ 15 ਸਾਲ ਤੋਂ 40 ਸਾਲ ਦੇ ਨੌਜਵਾਨਾਂ ਪ੍ਰਤੀ ਸਪੈਸ਼ਲ ਤੌਰ ਤੇ ਕਹਿਣਾ ਚਾਹੁੰਦਾ ਕਿ ਆ ਜਿਹੜਾ ਸਮਾਂ 78 ਤੋਂ ਲੈ ਕਰਕੇ ਅੱਜ ਤੱਕ ਚੱਲ ਰਿਹਾ ਹੈ, ਜਿਹਦੇ ਵਿੱਚ ਭਾਈ ਰਿਸ਼ਪਾਲ ਸਿੰਘ ਜੀ ਸਮੇਤ ਸਮੂਹ ਸਿੰਘਾਂ ਨੇ ਤਸ਼ੱਦਦ ਚੱਲ ਕੇ ਸ਼ਹਾਦਤ ਵੀ ਦਿੱਤੀ ਹੈ, ਜੇਲ੍ਹਾਂ ਵੀ ਕੱਟ ਰਹੇ ਨੇ। ਉਹਦੇ ਵਿੱਚ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ 550 ਸਾਲ 'ਚ ਜਿੰਨੇ ਮਾੜੇ ਸਮੇਂ ਅਸੀਂ ਦੇਖੇ ਨੇ ਕੌਮੀ ਤੌਰ ਤੇ, ਸਭ ਤੋਂ ਮਾੜਾ ਸਮਾਂ ਮੌਜੂਦਾ ਟਾਈਮ ਵਾਲਾ ਜਿਹੜਾ ਸਮਾਂ ਸੀ ਇਹ ਚੱਲ ਰਿਹਾ ਹੈ। ਉਹ ਕਿਵੇਂ? ਉਹ ਏਦਾਂ ਕਿ ਜਿਹੜੀ ਕੌਮ ਦੀ ਚੇਤਨਤਾ ਹੈ, ਕੌਮ ਦੀ ਚੇਤਨਤਾ ਸ਼ਹੀਦਾਂ ਦੇ ਨਾਲ ਰਹੀ ਹੈ ਪਹਿਲੇ ਸਮਿਆਂ 'ਚ, ਪਰ ਆ ਜਿਹੜਾ ਸਮਾਂ ਸੀ ਇਹਨਾਂ ਨੇ ਸ਼ਹਾਦਤ ਤਾਂ ਪੁਰਾਣੇ ਸਮਿਆਂ ਮੁਤਾਬਕ ਤਸ਼ੱਦਦ ਚੱਲ ਕੇ ਪ੍ਰਾਪਤ ਕੀਤੀ ਹੈ, ਪਰ ਕੌਮ ਦੀ ਵੱਡਾ ਹਿੱਸਾ ਸਿੱਖ ਚੇਤਨਤਾ ਤੋਂ ਵਿਹੂਣਾ ਹੋ ਗਿਆ। ਫਿਰ ਵੀ ਉਹ ਸੰਘਰਸ਼ ਕਰਦੇ ਰਹੇ ਤੇ ਅੱਜ ਵੀ ਉਹ ਚੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਆ ਤੁਹਾਡੇ ਸਾਹਮਣੇ ਨੇ, ਜਿਸ ਮਿਸ਼ਨ ਦੇ ਵਾਸਤੇ ਇਹ ਸੰਘਰਸ਼ ਲੜਿਆ ਜਾ ਰਿਹਾ ਸੀ, ਅੱਜ ਵੀ ਅਸੀਂ ਉਸ ਮਿਸ਼ਨ ਖਾਲਿਸਤਾਨ ਵਾਸਤੇ ਲੜ ਰਹੇ ਹਾਂ। ਭਾਵੇਂ 550 ਸਾਲ ਤੋਂ ਨਵੇਕਲੇ ਤਰ੍ਹਾਂ ਦਾ ਸਾਨੂੰ ਆਪਣੀ ਹੀ ਕੌਮ ਦਾ ਸਾਥ ਨਹੀਂ ਮਿਲਿਆ। ਤੁਸੀਂ ਵੱਡੇ ਕੱਲੇ ਘਰ ਵਿੱਚ ਸ਼ਹੀਦ ਹੋਏ ਹੋ, ਤੁਸੀਂ
ਭਾਵੇਂ 85% 75% ਕੌਮ ਇੱਕ ਦਿਨ 'ਚ ਸ਼ਹੀਦ ਹੋਇਓ, ਪਰ ਕੌਮ ਤੁਹਾਡੇ ਨਾਲ ਸੀ। ਅੱਜ ਕੌਮ ਦਾ ਵੱਡਾ ਹਿੱਸਾ ਤੁਹਾਡੇ ਨਾਲ ਨਾ ਹੋਣ ਦੇ ਬਾਵਜੂਦ ਵੀ ਤੁਸੀਂ ਲੜ ਰਹੇ ਹੋ। ਇਹ 15 ਸਾਲ ਤੋਂ 40 ਸਾਲ ਦੇ ਨੌਜਵਾਨ ਆਪਣੀ ਲੜਾਈ ਨੂੰ ਅੱਜ ਮੌਜੂਦਾ ਸੰਦਰਭ ਵਿੱਚ ਸੁਣੋ, ਪੜ੍ਹੋ, ਸਮਝੋ ਤੇ ਅੱਗੇ ਵਧਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅੰਮ੍ਰਿਤਪਾਲ ਸਿੰਘ ਜੀ ਚਲੇ ਗਏ ਨੇ। ਮੈਂ ਛੋਟੀ ਜੀ ਗੱਲ ਜਿਹੜੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਉਹਨਾਂ ਨੇ ਕੀਤੀ ਹੈ ਉਸ ਸੰਦਰਭ ਵਿੱਚ ਕਰਨਾ ਚਾਹੁੰਦਾ। ਕੁਝ ਸਾਲ ਪਹਿਲਾਂ ਮੈਂ ਸ਼੍ਰੀਨਗਰ ਗਿਆ ਸੀ ਤੇ ਉੱਥੇ ਜਿਹੜੇ ਉਹਨਾਂ ਦੇ ਬਹੁਤ ਵੱਡਾ ਸ਼ਹੀਦ ਹੈ ਜਿਹਨੂੰ ਫਾਂਸੀ ਹੋਈ ਸੀ, ਮਕਬੂਲ ਬੱਟ, ਮੈਂ ਉਹਨਾਂ ਦੇ ਘਰ ਗਿਆ ਸੀ। ਉਹਦੀ ਮਾਤਾ ਤੇ ਭੈਣ ਨੇ ਮੈਨੂੰ ਮਕਬੂਲ ਬੱਟ ਦੇ ਘਰ 'ਚ ਜਦੋਂ ਲੈ ਕੇ ਗਏ ਤੇ ਉਹਨਾਂ ਨੇ ਮਕਬੂਲ ਬੱਟ ਦਾ ਜਿਹੜਾ ਪੁਰਾਣਾ ਘਰ ਸੀ, ਜੱਦੀ ਘਰ ਸੀ, ਉਹਨੂੰ ਉਵੇਂ ਹੀ ਸੰਭਾਲਿਆ ਤੇ ਆਪਣੇ ਰਹਿਣ ਲਈ ਨਵਾਂ ਘਰ ਬਣਾ ਲਿਆ। ਉਹਨਾਂ ਨੇ ਉਹਨੂੰ ਪ੍ਰੀਜ਼ਰਵ ਕੀਤਾ ਹੈ ਮਕਬੂਲ ਬੱਟ ਦੇ ਘਰ ਨੂੰ। ਜਦੋਂ ਉੱਪਰ ਗਏ ਆ, ਛੋਟੀਆਂ ਜਿਹੀਆਂ ਪੌੜੀਆਂ ਸੀ ਤੇ ਲੇਪਾ ਪੋਚੀ ਜੀ ਹੋਈ ਸੀ ਤੇ ਉੱਪਰ ਜਿਹੜਾ ਉਹਦਾ ਕਮਰਾ ਸੀ ਉਹਦੇ 'ਚ ਉਹਦੇ ਆਪਣੇ ਹੱਥ ਦੀਆਂ ਲਿਖੀਆਂ ਹੋਈਆਂ 17 ਜਿਹੜੀਆਂ ਸੀ ਸਲੋਗਨ ਸੀ, ਅਜੇ ਵੀ ਉੱਥੇ ਮੌਜੂਦ ਨੇ। ਸੋ ਅਗਰ ਹੋ ਸਕੇ ਤੇ ਜੇ ਭਾਈ ਅੰਮ੍ਰਿਤਪਾਲ ਸਿੰਘ ਤੇ ਅਕਾਲੀ ਦਲ ਅੰਮ੍ਰਿਤਸਰ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਘਰ ਨੂੰ, ਭਾਈ ਰਿਸ਼ਪਾਲ ਸਿੰਘ ਦੇ ਘਰ ਨੂੰ ਵੀ ਪ੍ਰੀਜ਼ਰਵ ਕਰੋ, ਇਹਨੂੰ ਵੀ ਉਸੇ ਤਰ੍ਹਾਂ ਇਹਦੀ ਸੰਭਾਲ ਕਰੋ ਤਾਂ ਕਿ ਆਉਂਦੀਆਂ ਪੀੜ੍ਹੀਆਂ ਇੱਥੇ ਆ ਕੇ ਦਰਸ਼ਨ ਕਰ ਸਕਣ ਕਿ ਭਾਈ ਰਿਸ਼ਪਾਲ ਸਿੰਘ ਦਾ ਘਰ ਹੈ ਔਰ ਕਿਸ ਤਰੀਕੇ ਦੇ ਨਾਲ ਸਾਂਭਿਆ ਔਰ ਉਹਦੀ ਅੱਗੋਂ ਕਿਵੇਂ ਵਰਤੋਂ ਹੋ ਸਕਦੀ ਹੈ, ਉਹਦੀ ਸਾਂਭ ਸੰਭਾਲ ਕਿਵੇਂ ਹੋ ਸਕਦੀ ਹੈ। ਪਾਰਟੀ ਰਲ ਮਿਲ ਕੇ ਜ਼ਰੂਰ ਇਹਦੇ ਬਾਰੇ ਸੋਚੇ। ਹੁਣ ਮੈਂ ਬੇਨਤੀ ਕਰਦਾ ਹਾਂ ਕਿ ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ, ਜਿਹੜੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਨੇ ਔਰ ਨਾਲ ਕਿਸਾਨ ਵਿੰਗ ਦੇ ਪ੍ਰਧਾਨ ਨੇ, ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸ਼ਹੀਦਾਂ ਨੂੰ ਸ਼ਰਧਾ ਵਿਅਕਤ ਕਰਨ ਲਈ ਮੰਚ ਤੇ ਆਉਣਗੇ। ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ। ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਰਿਸ਼ਪਾਲ ਸਿੰਘ ਜੀ ਛੰਦੜਾ, ਜੋ ਭਿੰਡਰਾਂਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ ਦੇ ਮੁਖੀ ਨੇ, ਉਹਨਾਂ ਦੇ ਸਤਿਕਾਰਯੋਗ ਸਾਡੀ ਕੌਮ ਦੇ ਪਿਤਾ ਭਾਈ ਰਣਜੀਤ ਸਿੰਘ ਜੀ ਛੰਦੜਾ, ਭਾਈ ਜਗਦੀਸ਼ ਸਿੰਘ ਜੀ ਦੀਛਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਭਾਈ ਧਿਆਨ ਸਿੰਘ ਜੀ ਮੰਡ ਜੋ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਭਾਈ ਕੰਵਰਪਾਲ ਸਿੰਘ ਜੀ ਬਿੱਟੂ ਜੋ ਦਲ ਖਾਲਸਾ ਦੇ ਸਕੱਤਰ ਜਨਰਲ ਨੇ, ਮੇਰੀ ਸਮੁੱਚੀ ਪਾਰਟੀ ਦੇ ਜਨਰਲ ਸਕੱਤਰ ਸਾਹਿਬਾਨ, ਜ਼ਿਲ੍ਹਾ ਜਥੇਦਾਰ ਸਾਹਿਬਾਨ, ਵਰਕਿੰਗ ਕਮੇਟੀ ਮੈਂਬਰ ਸਾਹਿਬਾਨ, ਯੂਥ ਵਿੰਗ ਦੇ ਪ੍ਰਧਾਨ ਭਾਈ ਰਿਸ਼ਪਾਲ ਸਿੰਘ ਜੀ ਛੰਦੜਾ, ਮੇਰੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਦੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋਹ ਪਹਿਚਾਨੀਆਂ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡਾ ਖੇਤ, ਮਰਨ ਮਨਸਾ ਸੂਰਿਆ ਹੱਕ ਹੈ ਜੇ ਮਰਨ ਹੋਏ ਪਰਵਾਨੋ। ਭਾਈ ਰਿਸ਼ਪਾਲ ਸਿੰਘ ਜੀ ਛੰਦੜਾ ਨੇ ਸਿੱਖ ਕੌਮ ਆਜ਼ਾਦੀ ਦੇ ਲਈ ਆਪਣੀ ਸ਼ਹਾਦਤ ਦਿੱਤੀ ਹੈ। ਪਹਿਲਾਂ ਆਪਾਂ ਬੈਠੇ ਆ 1992 ਚ ਸ਼ਹਾਦਤ ਹੋਈ ਹੈ। ਇਹ ਸ਼ਹਾਦਤ ਹੋਈ ਕਿਉਂ? ਇਸ ਸ਼ਹਾਦਤ ਦਾ ਕਾਰਨ ਕੀ ਸੀ ਕਿ ਇਹ ਸ਼ਹਾਦਤ ਭਾਈ ਛੰਦੜਾ ਨੇ ਆਪਣੇ ਵੱਟ ਲਈ ਦਿੱਤੀ ਹੈ, ਆਪਣੇ ਬੰਨੇ ਲਈ ਦਿੱਤੀ ਹੈ, ਆਪਣੇ ਘਰ ਲਈ ਦਿੱਤੀ ਹੈ ਕਿ ਐਮਪੀ ਦੀ ਟਿਕਟ ਲਈ ਦਿੱਤੀ ਹੈ। ਇਹਨਾਂ ਨੇ ਸ਼ਹਾਦਤ ਦਿੱਤੀ ਕਿਉਂ? ਇਹ ਮੂਵਮੈਂਟ ਸਟਾਰਟ ਹੋਈ ਕਿਉਂ? ਇਹਦਾ ਕਾਰਨ ਕੀ ਹੈ? ਇਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਚੱਲ ਕੇ ਮੂਵਮੈਂਟ ਇੱਥੇ ਕਿਵੇਂ ਆਈ? ਕਿਉਂਕਿ ਜਿਸ ਵੇਲੇ ਸਾਡਾ ਸਿੱਖ ਰਾਜ ਚਲਾ ਗਿਆ,
ਗੱਲ ਲੰਬੀ ਹੁੰਦੀ ਹੈ। ਉਸ ਤੋਂ ਬਾਅਦ ਰਾਜ ਲਈ ਤੁਸੀਂ ਤੜਫਦੇ ਰਹੇ। ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ, ਸਰਦਾਰ ਬਘੇਲ ਸਿੰਘ ਦਾ ਰਾਜ ਆਇਆ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ। ਡੋਗਰਿਆਂ ਦੀ ਨਲਾਇਕੀ ਦੇ ਕਾਰਨ, ਬੇਵਹੀ ਦੇ ਕਾਰਨ ਸਾਡਾ ਰਾਜ ਚਲਾ ਗਿਆ। ਫਿਰ ਤੁਸੀਂ ਰਾਜ ਦੀ ਇੱਕ ਮੂਵਮੈਂਟ ਚਲਾਈ 1947 ਦੇ ਵਿੱਚ। ਤੁਸੀਂ 85% ਕੁਰਬਾਨੀਆਂ ਕੀਤੀਆਂ। ਮੁਸਲਮਾਨ ਕੌਮ ਨੂੰ ਆਪਣਾ ਘਰ ਪਾਕਿਸਤਾਨ ਮਿਲ ਗਿਆ, ਹਿੰਦੂ ਕੌਮ ਨੂੰ ਆਪਣਾ ਘਰ ਹਿੰਦੁਸਤਾਨ ਮਿਲ ਗਿਆ, ਸਿੱਖ ਕੌਮ ਗੁਲਾਮ ਹੋ ਕੇ ਰਹਿ ਗਈ। ਪਹਿਲਾਂ ਤੁਸੀਂ ਹਿੰਦੂ ਤੇ ਮੁਸਲਮਾਨ ਕੌਮ ਤੇ ਸਿੱਖ ਕੌਮ ਪਹਿਲਾਂ ਅੰਗਰੇਜ਼ ਦੀ ਗੁਲਾਮ ਸੀ। ਤੁਸੀਂ ਅੰਗਰੇਜ਼ ਦੀ ਗੁਲਾਮੀ ਚੋਂ ਨਿਕਲ ਕੇ ਫਿਰ ਇੰਡੀਆ ਦੀ ਗੁਲਾਮੀ 'ਚ ਫਸ ਗਏ, ਉਧਰ ਪਾਕਿਸਤਾਨ ਦੀ ਗੁਲਾਮੀ ਦੇ ਵਿੱਚ ਫਸ ਗਏ। ਇਹ ਮੂਵਮੈਂਟ ਚੱਲੀ ਤੇ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਇਸ ਸੰਘਰਸ਼ ਨੂੰ ਤੋਰਿਆ। ਉਹਨਾਂ ਨੇ ਸੰਘਰਸ਼ ਦੇ ਵਿੱਚ ਪੰਜਾਬ ਦੀ ਗੱਲ ਕੀਤੀ, ਪੰਜਾਬ ਦੀ ਨੌਜਵਾਨੀ ਦੀ ਗੱਲ ਕੀਤੀ, ਪੰਜਾਬ ਦੇ ਪੁੱਤਾਂ ਦੀ ਗੱਲ ਕੀਤੀ, ਪੰਜਾਬ ਜੋ ਪਤਤਪਨਾ ਛਾਇਆ ਪਿਆ ਉਹਨਾਂ ਦੀ ਗੱਲ ਕੀਤੀ। ਉਹਨਾਂ ਨੇ ਪਾਣੀਆਂ ਦੀ ਗੱਲ ਕੀਤੀ, ਉਹਨਾਂ ਨੇ ਹੈਡਵਰਕਸਾਂ ਦੀ ਗੱਲ ਕੀਤੀ, ਉਹਨਾਂ ਨੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਕੀਤੀ। ਜਦੋਂ ਉਹਨਾਂ ਨੇ ਆਪਣੀ ਗੱਲ ਤੁਹਾਡੇ ਹੱਕਾਂ ਦੀ ਕੀਤੀ, ਆਪਣੇ ਵਾਧੇ ਅਧਿਕਾਰਾਂ ਦੀ ਗੱਲ ਕੀਤੀ, ਤੇ ਇੰਡੀਆ ਸਰਕਾਰ ਨੇ ਸਾਡੀ ਗੱਲ ਇਸ ਨੂੰ ਟੇਬਲ ਤੇ ਨਾ ਸੁਣਨੀ ਚਾਹੀ। ਉਹਨਾਂ ਨੇ ਗੱਲ ਸੁਣਨ ਦੀ ਬਜਾਏ ਸਾਡਾ ਪੁਰਾਣਾ ਤੋਂ ਪਿਆਰਾ ਅਕਾਲ ਤਖਤ ਢਾ ਦਿੱਤਾ, ਸਾਡੀਆਂ ਧੀਆਂ ਭੈਣਾਂ ਦੀਆਂ ਬੇਪਤੀਆਂ ਕਰ ਦਿੱਤੀਆਂ ਗਈਆਂ, ਸਾਡੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸਾੜ ਕੇ ਦਿੱਤਾ ਗਿਆ, ਸਾਡੇ ਤੋਂ ਸਾਰਾ ਕੁਝ ਖੋਹ ਲਿਆ ਗਿਆ। ਅਸੀਂ ਜਿਉਂ ਦੀ ਤਿਉਂ ਰਹੇ। ਸਾਡਾ ਅਕਾਲ ਤਖਤ ਆਇਆ ਜਿਹਦੇ ਵਿੱਚ ਬਰਤਾਨੀਆ ਨੇ, ਕਾਂਗਰਸ ਨੇ, बीजेपी ने, आरएसएस ने, सोवियत रूस से कामरेडा ने, उस तो बाद बादल ने, टौड़े ने, तलवंडी ने, रामू वालिया ने, बलवंत ने, ये चंडाल चौंकड़ी ने लड़के साडा दरबार साहब ढवा दिता। तुसी रोए करलाए। उस तो बाद संत जरनैल सिंह भिंडरांवाले ने की किया सी? जदों शहादत संतां दी होई, भाई अमरीक सिंह दी शहादत होई, शहादत तो बाद अनेकां शहादतां होईयां। साडियां बच्चियां नूं शहीद कर दिता, साडियां बीबियां नूं शहीद कर दिता, साडी उभरले सिख नौजवान लीडरशिप शहीद कर दित्ती, साडे बच्चियां नूं, साडियां बीबियां नूं जेड़े 5 जून नूं गए सी को शहीद कर दिता। की कसूर सी? की कसूर सी? क्यों शहीद किया? इंडिया सरकार जवाब देवे। साडे दरबार साहब ते हमला क्यों किया? साडे तोशाखाना क्यों लुटिया? साडी सिख रेफरेंसिबल लाइब्रेरी क्यों लुटी? साडे संतां नूं शहीद क्यों किया? साडे भाई अमरीक सिंह नूं शहीद क्यों किया? ते फिर जदों शहीद कर दिता, संतां ने कहा सी जिस दिन दरबार साहब दे विच फौज दाखिल होएगी उस दिन खालिस्तान दी नींह रखी जाएगी, खालिस्तान दी नींह रखी गई। उस तो बाद नौजवान जिन्हां दे विच भाई मनवीर सिंह चहेड़ू जेड़े कमांडो फोर्स दे खालिस्तान दे मुखी सन, जनरल लाभ सिंह जी, भाई हरभजन सिंह जी मंड ते दूजे गुरचरण सतिये वाले आले ते आसमान खेड़ा ते आसमान वाले आले गुरदेव सिंह जी होरी, इन्हां ने बैठ के एक विचार कीती। विचार करन तो बाद जिन्ने सारे नौजवान सी इन्हां ने खालिस्तान कमांडो फोर्स बनाई। फिर उस तो बाद खालिस्तान लिबरेशन फोर्स बनी, खालिस्तान भिंडरांवाला टाइगर फोर्स ऑफ खालिस्तान वो बनी। ते फिर ये मैनू दसो, ये जेड़े भाई रछपाल सिंह छंदड़ा सी ये मुखी सी, कहंदे ये भाई कादे मुखी सी? ये इंडिया दे फौज दे मुखी सी? ये मुखी सी खालिस्तान दी फौज दे मुखी सी। आ लिखिया शहीद भाई चीफ लेफ्टिनेंट चीफ भाई जगदीश। ये लेफ्टिनेंट कादे आ भाई दसो? ये इंडिया दे आ की दे रहा है? ये तो खालिस्तान दे लेफ्टिनेंट है। इस करके इन्होंने लड़ाई कदे लड़ी? खालिस्तान दी लड़ाई लड़ी। उस तो बाद बड़े भाई रछपाल सिंह जी छंदड़ा ते भाई गुरजंट सिंह जी बुद्ध सिंह वाला ते फिर गुरजंट सिंह जी राजस्थानी, पंज परमजीत सिंह जी पंजवड़, साडे योद्धा ने एडी वड्डी लड़ाई लड़ी। ते फिर उस तो बाद इन्हां नौजवानों ने अपनी कौम की लड़ाई लड़ी है। उस तो बाद जिन्होंने दरबार साहब ढाया
फिर दरबार साहब की नहीं ढाया है, इंदिरा गांधी ने ढाता, कांग्रेस ने सारे ने रल के ढाता। फिर उस तो बाद बेअंत सतवंत सिंह ने पंथ रवायतां दे मुताबिक सबक दे के फिर उन्होंने सबक सिखाता। उस तो बाद जनरल वैद्या जिन्हें साडा पुराना तो प्यारा काल तख्त हिंद हुकूमत दे मगर लग गए, आ बादल टोड़ा ते कामरेड इन्हां ने सारे ने मगर लग के साडा काल तख्त ढाता दा तुसीं भी रोंदे। भाई हरिंदर सिंह जिंदा, भाई सुखदेव सिंह सुखा, कौम दे महान जरनैल, उन्होंने पुणे दे विच जाके उन्होंने ढा लिया। फिर उहदी घर वाली नूं कुछ नहीं किया। ये फिर लड़ाई कादी है? इस करके इस योधे ने खालिस्तान दे लई शहादत दित्ती है। इस करके सानू आज़ादी ते खालिस्तान दी जिहड़ी लड़ाई है उस नूं तोड़ना चाहिदा है। ये जदों खालिस्तान दी शहादत दी साडे नौजवानों नूं KPS गिल वर्गियां ने को के शहीद करता, जथेदार कौंके नूं शहीद कर दिता। उस तो बाद खालिस्तान दे नौजवानों नूं जदों शहीद कर दिता ते कहंदे मूवमेंट डाउन हो गई है, कहते मूवमेंट फेल हो गई है। मूवमेंट आउंदियां रहिंदियां जांदियां रहिंदियां उभरदियां रहिंदियां ते फिर मूवमेंट जदों डाउन कहंदे डाउन नहीं सी होई। एक काल तख्त ते हमला होया, साडे सिंह शहीद होए। ये दर्द सारियां दे दिल ते मन दे अंदर उभरिया होया। असीं ना तां 84 भुल सकदे हां, ना दरबार साहब भुल सकदे हां, ना जो उन्हां दे शहीदां दी गल भुल सकदे हां। फिर सरदार सिमरनजीत सिंह मान ने तीजा स्टैप ले आंदा। तीजा स्टैप लिया के उन्होंने जमहूरी ढंग दे नाल शहीदां दियां बरसियां ते गए। उन्होंने कहा लियाओ 3 रुपये दा स्टाम, मैं तुहानूं इंसाफ देना। उन्होंने 3 रुपये दा स्टाम दे के झूठे मुकाबले बंद कर दिते। बंद करके उन्होंने लगातार जमहूरी ढंग नाल आज़ादी ते खालिस्तान दी लड़ाई लड़ी। उन्होंने फिर ना धरना लवाया, ना मजारा लवाया, ना किसी नूं शहीद कराया। फिर उन्होंने तुहाडा केस हाई कोर्ट वालों जित के, सुप्रीम कोर्ट वालों जित के फिर अज तुहानूं हक लैके दिता कि साडे नौजवान ये खालिस्तान कह सकते हो, बोल सकते हो। इस करके मूवमेंट खालिस्तान की बहुत नेड़े आ चुकी। एक दिन अपना घर बनांगे। इस योधे ने खालिस्तान की शहादत दी है। सो इन्हों श्रद्धा के फुल भेंट करते हुए इन्ना ही कहना है 21 डे गत्तका डे बनाइए तो पंथ कौम अपनी गल करे। सो ये जड़ा सारी आग है, एक पासे गुरु की गल है, एक गुरु की सोच है, एक पासे हिंदू अतवाद है। ये जड़े सारे बंदे साडे शहीद किते हैं, कमरपाल जी भी ने कहा, प्रोफैसर साहब ने कहा, ये जिन्ने साडे सिंह शहीद किते हैं ये इंडिया सरकार का जिहड़ा अतवाद है, टेरर है, उन्होंने शहीद किते। इस करके असीं उन्ना चिर नहीं टिकांगे जिन्ना चिर साडी अपनी सिख कौम दा अपना घर खालिस्तान नहीं बनदा। वाहिगुरू जी का खालसा, वाहिगुरू जी की फतेह। ਤੇ ਹੁਣ ਸਾਡੇ ਵਿੱਚ ਸਤਿਕਾਰਯੋਗ ਸਿੰਘ ਸਾਹਿਬ ਭਾਈ ਧਿਆਨ ਸਿੰਘ ਜੀ ਮੰਡ, ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੂੰ ਮੈਂ ਸਨਿਮਰ ਬੇਨਤੀ ਕਰਦਾ ਹਾਂ ਕਿ ਉਹ ਮੰਚ ਤੇ ਆ ਕੇ ਕੌਮ ਨੂੰ ਸੰਦੇਸ਼ ਦੇਣਗੇ। ਬੋਲੇ ਸੋ ਨਿਹਾਲ, ਸ੍ਰੀ ਅਕਾਲ। गगन दमामा बाजियो, परियो निशाने घाओ, खेत जो मांडियो सूरमा, अब जूझन को दाओ। साडे सत्कारयोग अमर शहीद भाई रिछपाल सिंह छंदड़ा ਅਤੇ ਉਹਨਾਂ ਦੇ ਸਾਥੀ, ਉਹਨਾਂ ਦੀ ਸਾਲਾਨਾ ਬਰਸੀ ਦੇ ਉੱਤੇ ਸਤਿਗੁਰੂ ਦੀ ਹਾਜ਼ਰੀ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਜਦੋਂ ਕੌਮ ਨੂੰ ਲੋੜ ਪਵੇ ਸ਼ਹੀਦੀਆਂ ਦੀਆਂ ਲੈਣਾਂ ਲੱਗ ਜਾਂਦੀਆਂ ਨੇ। ਜਦੋਂ ਕੌਮ ਨੂੰ ਲੋੜ ਪਵੇ ਕੌਮ ਵਹੀਰਾਂ ਘੱਤ ਦਿੰਦੀ ਹੈ। ਬੜੀ ਵੱਡੀ ਜਦੋਜਹਿਦ, ਬੜਾ ਵੱਡਾ ਸੰਘਰਸ਼ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ, ਜਿਨ੍ਹਾਂ ਨੂੰ ਆਪਾਂ ਸੰਤ ਕਹਿ ਸਕਦੇ ਹਾਂ, ਉਹਨਾਂ ਨੇ ਲੜਿਆ। ਉਹਨਾਂ ਦੀ ਇਸ ਲੜਾਈ ਨੇ ਪੂਰੀ ਦੁਨੀਆ ਵਿੱਚ ਵੱਸਦੇ ਸਿੱਖਾਂ ਨੂੰ ਪੈਰਾਂ ਦੇ ਉੱਤੇ ਖੜੇ ਕੀਤਾ, ਜਾਗਰਤ ਕੀਤਾ। ਔਰ ਲੋਕਾਂ ਨੇ ਇੱਕਦਮ ਖੜ ਕੇ ਸੋਚਿਆ ਵੀ ਅਸੀਂ ਵੀ ਕੋਈ ਚੀਜ਼ ਆ,
ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ। ਇਸ ਸੰਤਾਂ ਦੀ ਲਲਕਾਰ ਨੇ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਇਸ ਲਲਕਾਰ ਨੇ ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਜਿਹੜਾ ਨਾਂ ਉਹ ਬਹੁਤ ਉੱਚਾ ਕੀਤਾ। ਅੱਜ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਸੰਤਾਂ ਦੀ ਸੋਚ ਦੇ ਉੱਤੇ ਚੱਲ ਕੇ ਸੂਰਬੀਰ ਯੋਧੇ ਹਜ਼ਾਰਾਂ, ਰਿਸ਼ਪਾਲ ਸਿੰਘ ਛੰਦੜਾ ਵਰਗੇ ਇਹ ਜਿਹੜੇ ਪਰਿਵਾਰ, ਇਹ ਜਿਹੜੇ ਯੋਧੇ ਜਿਨ੍ਹਾਂ ਨੇ ਦੁਸ਼ਮਣ ਦੇ ਨਾਲ ਲੋਹਾ ਲਿਆ, ਅੱਜ ਇਹਨਾਂ ਦਾ ਨਾਂ ਲੈ ਕੇ ਅੱਜ ਵੀ ਸਾਡਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਪਰ ਲੜਾਈ ਲੜਨ ਵਾਲੇ ਲੜਾਈ ਲੜਦੇ ਨੇ, ਸ਼ਹੀਦੀਆਂ ਪਾਉਣ ਵਾਲੇ ਸ਼ਹੀਦੀਆਂ ਪਾਉਂਦੇ ਨੇ, ਤਸ਼ੱਦਦ ਸਹਿਣ ਵਾਲੇ ਤਸ਼ੱਦਦ ਸਹਿੰਦੇ ਨੇ। ਜਦੋਂ ਕੋਈ ਬੰਦਾ, ਜਦੋਂ ਕੋਈ ਵਿਅਕਤੀ, ਜਦੋਂ ਕੋਈ ਗੁਰੂ ਦਾ ਸਿੰਘ, ਉਹ ਫਿਰ ਗੁਰੂ ਨੂੰ ਸਨਮੁਖ ਰੱਖ ਕੇ ਆਪਣੇ ਧਰਮ ਲਈ, ਆਪਣੀ ਕੌਮ ਲਈ ਲੜਾਈ ਲੜਦਾ ਹੈ, ਉਹ ਬਿਲਕੁਲ ਫਰੀ ਹੁੰਦਾ ਹੈ, ਬਿਲਕੁਲ ਫਰੀ ਹੁੰਦਾ ਹੈ। ਉਹਦਾ ਨਿਸ਼ਾਨਾ ਹੁੰਦਾ ਹੈ ਦੁਸ਼ਮਣ। ਉਹ ਦੁਸ਼ਮਣ ਦੇ ਨਾਲ ਲੜਦਾ ਹੈ, ਉਹ ਆਪਣਿਆਂ ਦੇ ਨਾਲ ਲੜਾਈ ਨਹੀਂ ਲੜਦਾ। ਇੱਕ ਵਾਰੀ ਸੰਤ ਜਰਨੈਲ ਸਿੰਘ ਨੂੰ ਇੱਕ ਸਿੰਘ ਨੇ ਜਾ ਕੇ ਕਿਹਾ, ਸੰਤ ਜੀ ਮਹਾਰਾਜ, ਤੁਸੀਂ ਐਡਾ ਵੱਡਾ ਸੰਘਰਸ਼ ਲੜ ਰਹੇ ਹੋ, ਆ ਦੂਸਰੇ ਪਾਸੇ ਬਿਆਸ ਵਾਲਾ ਬਾਬਾ ਜਾਂ ਨਾਨਕਸਰ ਵਾਲੇ ਬਾਬੇ, ਇਹ ਗੁਰਮਰਜ਼ਾਦਾ ਨੂੰ ਇਹਨਾਂ ਨੇ ਤੈਸ਼ ਨੈਸ਼ ਕਰ ਦਿੱਤਾ ਹੈ, ਤੁਸੀਂ ਇਹਨਾਂ ਨਾਲ ਕਿਉਂ ਨਹੀਂ ਦੋ ਹੱਥ ਕਰਦੇ? ਸੰਤ ਜਰਨੈਲ ਸਿੰਘ ਨੇ, ਉਹ ਜਿਹੜਾ ਸੁਲਝਿਆ ਹੋਇਆ ਪ੍ਰੋਫੈਸਰ ਸੀਗਾ, ਉਹਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ, ਕਹਿੰਦਾ ਮੈਨੂੰ ਸਾਰਾ ਕੁਝ ਪਤਾ ਭਾਈ ਸਿੱਖਾ, ਪਰ ਮੈਂ ਆਪਣਾ ਜਿਹੜਾ ਮੂਡ ਆ ਇਹ ਦੁਸ਼ਮਣ ਨਾਲ ਲੜਨ ਦਾ ਬਣਾਇਆ ਹੈ। ਮੇਰੀ ਕੌਮ ਦੁਸ਼ਮਣ ਨਾਲ ਲੜ ਰਹੀ ਹੈ, ਮੈਂ ਅਜੇ ਆਪਣਿਆਂ ਨਾਲ ਲੜਨ ਵਾਸਤੇ ਇਹ ਨਹੀਂ ਸ਼ੁਰੂ ਕੀਤਾ। ਆਪਣਿਆਂ ਨੂੰ ਸਮਝਾਇਆ ਜਾ ਸਕਦਾ ਹੈ, ਆਪਣਿਆਂ ਦੀ ਗੱਲ ਸੁਣੀ ਜਾ ਸਕਦੀ ਹੈ, ਇੱਕ ਦੂਜੇ ਦੀ ਗਲਤੀ ਮੰਨੀ ਜਾ ਸਕਦੀ ਆ, ਪਰ ਵਿੱਚ ਵਿਚਾਲੇ ਇਹੋ ਜਿਹੇ ਮਸਲੇ ਖੜੇ ਨਹੀਂ ਹੋਣਗੇ। ਮੈਂ ਸੋਚਦਾ, ਮੈਂ ਕਹਿੰਦਾ ਸ਼ਹਾਦਤਾਂ ਬਹੁਤ ਹੋਈਆਂ, ਬੜੇ ਭੋਗਾਂ ਦੇ ਗਏ ਅਸੀਂ ਵੀ, ਅਸੀਂ ਘਰ ਦੇ ਵਿੱਚ ਵੀ ਬੜੇ ਭੋਗ ਪਾਏ ਨੇ, ਸਾਰਾ ਕੁਝ ਵੇਖਿਆ। ਜੇ ਤਸ਼ੱਦਦ ਦੀ ਗੱਲ ਕਰੀਏ, ਤਸ਼ੱਦਦ ਠੀਕ ਆ, ਸਾਹਮਣੇ ਤੁਸੀਂ ਫੋਟੋ ਦੇ ਉੱਤੇ ਵੇਖ ਰਹੇ ਹੋ ਤਸ਼ੱਦਦ ਹੋਇਆ, ਇਹ ਇੱਕ ਨਾਲ ਨਹੀਂ ਹੋਇਆ, ਪਤਾ ਨਹੀਂ ਕਿੰਨੇ ਸਿੰਘਾਂ ਦੇ ਨਾਲ ਹੋਇਆ। ਪਰ ਜਿਨ੍ਹਾਂ ਨੇ ਤਸ਼ੱਦਦ ਸਹਿਆ ਹੈ ਨਾ, ਜਿਨ੍ਹਾਂ ਨੇ ਤਸ਼ੱਦਦ ਸਰਕਾਰ ਦਾ ਝੱਲਿਆ ਹੈ, ਉਹਨਾਂ ਦਾ ਇੱਕੋ ਹੀ ਰਾਖਾ ਸੀ ਗੁਰੂ ਮਹਾਰਾਜ, ਹੋਰ ਕੋਈ ਸਹਿਯੋਗੀ ਆਸੇ-ਪਾਸੇ ਨਹੀਂ ਸੀ। ਉਹਨਾਂ ਨੇ ਓਟ ਫਿਰ ਆਪਣੇ ਗੁਰੂ ਤੇ ਰੱਖੀ, ਇਸ ਕਰਕੇ ਦੁਸ਼ਮਣ ਦਾ ਤਸ਼ੱਦਦ ਜਿਹੜਾ ਸੀ ਉਹਨਾਂ ਦਾ ਕੱਖ ਨਹੀਂ ਵਿਗਾੜ ਸਕਿਆ। ਉਹ ਫਿਰ ਜਕਾਰੇ ਲਾਉਂਦੇ, ਚੜ੍ਹਦੀ ਕਲਾ ਦੇ ਨਾਲ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਹ ਸ਼ਹੀਦੀਆਂ ਦੀ ਲਾਈਨ ਇੰਨੀ ਕੁ ਲੰਬੀ ਹੋ ਗਈ, ਗਿਣਤੀ ਨਹੀਂ ਹੋ ਸਕਦੀ। ਹਰ ਪੱਗਬੰਨ ਜਿਹੜਾ ਨੌਜਵਾਨ ਸੀ, ਕੋਈ ਕਿਸੇ ਪੁਲ ਦੇ ਉੱਤੇ, ਕੋਈ ਕਿਸੇ ਚਰਸਤੇ ਦੇ ਉੱਤੇ ਨਜਾਇਜ਼ ਤੌਰ ਦੇ ਉੱਤੇ ਫੜ ਕੇ, ਪੁਲਿਸ ਦੀ ਇਧਰੋਂ ਗੱਡੀ ਆਈ, ਉਹਨੇ ਨੌਜਵਾਨ ਤੁਰੇ ਜਾਂਦੇ ਵੇਖੇ, ਉਹਨੇ ਫੜ ਕੇ ਪੁਲ ਤੇ ਲਿਜਾ ਕੇ ਮਾਰ ਦਿੱਤੇ। ਪਤਾ ਨਹੀਂ ਕੀ ਕੁਛ ਹੋਇਆ ਸਾਧ ਸੰਗਤ ਜੀ, ਪਰ ਉਸ ਦੌਰ ਤੋਂ ਬਾਅਦ ਕੌਮ ਦੇ ਵਿੱਚ ਖਾਮੋਸ਼ੀ ਆਈ, ਕੌਮ ਦੇ ਵਿੱਚ ਡਰ ਪੈਦਾ ਹੋਇਆ। ਔਰ ਜਿਹੜੇ ਕੌਮ ਦੇ ਵਾਰਸ ਸੀ, ਦੋ ਤਰ੍ਹਾਂ ਦੇ ਲੋਕ ਸੀ ਕੌਮ ਦੇ, ਇੱਕ ਕੌਮ ਦੇ ਨਾਲ ਗਦਾਰੀ ਕਰਨ ਵਾਲੇ, ਇੱਕ ਕੌਮ ਦੇ ਵਾਰਸ ਸੀ ਜਿਨ੍ਹਾਂ ਨੇ ਬਾਅਦ ਵਿੱਚ ਉਸ ਗੱਲ ਨੂੰ ਅੱਗੇ ਤੋਰਿਆ। ਪਰ ਫਿਰ ਵੀ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਾਡੇ ਕੋਲੋਂ ਗਲਤੀ ਹੋਈ ਹੈ। ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਦੇ ਪਰਿਵਾਰ ਉਜੜੇ, ਜਿਹੜੇ ਜੇਲ੍ਹਾਂ ਵਿੱਚ ਗਏ, ਜਿਨ੍ਹਾਂ ਨੇ ਆਪਣਾ ਸਾਰਾ ਕੁਝ ਵਾਰ ਦਿੱਤਾ, ਅਸੀਂ ਚੰਗੀ ਤਰ੍ਹਾਂ ਉਹਨਾਂ ਦੀ ਸਾਂਭ ਸੰਭਾਲ ਨਹੀਂ ਕਰ ਸਕੇ। ਸਗੋਂ ਕਦੀ ਕਦਾਈ
ਅਸੀਂ ਜਦੋਂ ਮਹਿਕ ਦੇ ਉੱਤੇ ਖੜਦੇ ਆ, ਜਦੋਂ ਅਸੀਂ ਇਕੱਠ ਦੇ ਵਿੱਚ ਬੋਲਦੇ ਆ, ਤੇ ਫਿਰ ਉਸ ਪਰਿਵਾਰ ਦੀ ਕੁਰਬਾਨੀ ਦੇ ਉੱਤੇ ਅਸੀਂ ਉਹਨਾਂ ਨੂੰ ਮਾੜਾ ਕਹਿ ਕੇ ਪਾਣੀ ਵੀ ਫੇਰਿਆ। ਇਹ ਵੀ ਸਾਰਾ ਕੁਝ ਅਸੀਂ ਨਾਲ ਦੀ ਨਾਲ ਕਰਦੇ ਆ। ਪਰ ਅੱਜ ਸਮਾਂ ਕੀ ਮੰਗ ਕਰਦਾ ਹੈ? ਅੱਜ ਸਮਾਂ ਇਹ ਮੰਗ ਕਰਦਾ ਹੈ ਕਿ ਤੁਹਾਡਾ ਦੁਸ਼ਮਣ ਕੌਣ ਹੈ। ਪਹਿਲਾਂ ਤਾਂ ਦੁਸ਼ਮਣ ਦੀ ਚੋਣ ਕਰੋ। ਤੁਹਾਡਾ ਦੁਸ਼ਮਣ ਕੌਣ ਆ? 1 ਮਹੀਨੇ 'ਚ ਕਰ ਲਓ, 2 ਮਹੀਨੇ 'ਚ ਕਰ ਲਓ, 6 ਮਹੀਨਿਆਂ 'ਚ ਕਰ ਲਓ, ਸਾਲ 'ਚ ਕਰ ਲਓ, ਪਰ ਇਹ ਵੇਖੋ ਕਿ ਸਿੱਖ ਕੌਮ ਨੂੰ ਖਤਰਾ ਕਿੱਥੋਂ ਆ। ਉਹਦੇ ਨਾਲ ਲੜਾਈ ਲੜਨ ਵਾਸਤੇ ਫਿਰ ਆਪਣੀ ਪਲੈਨਿੰਗ ਕਰੋ। ਆਪਸ ਵਿੱਚ ਲੜਾਈਆਂ ਜਦੋਂ ਲੜੀਆਂ ਜਾਂਦੀਆਂ ਨੇ ਤੇ ਜਿਹੜੀ ਕੌਮ ਨਾਲ ਲੜਾਈ, ਜਿਹੜੀ ਦੁਸ਼ਮਣ ਨਾਲ ਲੜਾਈ ਲੜੀ ਜਾਂਦੀ ਹੈ, ਉਹ ਫਿਰ ਖੜ ਜਾਂਦੀ ਹੈ, ਉਹਦੇ ਵਿੱਚ ਖੜੋਤ ਆ ਜਾਂਦੀ ਹੈ। ਸੋ ਮੈਂ ਜਿੱਥੇ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਾ, ਜਿਨ੍ਹਾਂ ਦਾ ਸਦਕਾ ਅੱਜ ਸਾਡਾ ਨੌਜਵਾਨ ਜਿਹੜਾ ਬੇਸ਼ੱਕ ਉਹਨਾਂ ਨੇ ਸੰਤਾਂ ਨੂੰ ਵੇਖਿਆ ਨਹੀਂ, ਨਾ ਸੁਣਿਆ, ਪਰ ਉਹਨਾਂ ਦੇ ਜਿਹੜੀ ਅੰਦਰ ਜਿਹੜੀ ਗੱਲ ਬੈਠੀ ਹੋਈ ਹੈ, ਉਹ ਬੈਠੀ ਹੈ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ। ਠੀਕ ਆ, ਸਾਰੇ ਸੰਤ ਸਤਿਕਾਰਯੋਗ ਨੇ, ਸਾਰਿਆਂ ਦੀ ਚੰਗੀ ਮਹਿਮਾ ਹੈ, ਸਾਰਾ ਕੁਝ ਠੀਕ ਹੈ, ਪਰ ਹੈਨ ਵਿਰਲੇ ਨਾਹਿਨ ਘਨੇ ਫੈਲ ਫਕਰ ਸੰਸਾਰ। ਜੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਕਰ ਗਿਆ, ਅਸੀਂ ਸਦਾ ਉਹਨਾਂ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੇ ਰਵਾਂਗੇ। ਜੋ ਸਾਡੇ ਇਹ ਮਰਜੀਵੜੇ ਯੋਧੇ ਆਪਣਾ ਪਰਿਵਾਰ, ਆਪਣਾ ਘਰ-ਬਾਰ, ਪੜ੍ਹੇ ਲਿਖੇ, ਬੜੇ ਵੱਡੇ ਵੱਡੇ ਖਿਡਾਰੀ ਔਰ ਬੜੀਆਂ ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਇਹ ਜਿਹੜੇ ਸਾਡੇ ਯੋਧੇ, ਜਿਨ੍ਹਾਂ ਨੇ ਕੌਮ ਦੇ ਲਈ ਆਪਣਾ ਖੂਨ ਡੋਲ ਦਿੱਤਾ, ਸ਼ਹਾਦਤ ਦੇ ਦਿੱਤੀ, ਇਹ ਸਾਡੇ ਆਉਣ ਵਾਲੇ ਭਵਿੱਖ ਦਾ ਸਰਮਾਇਆ ਹੈ। ਔਰ ਹਮੇਸ਼ਾ ਇਹਨਾਂ ਨੂੰ ਸਾਡੀ ਕੌਮ ਯਾਦ ਕਰਦੀ ਰਹੂਗੀ। ਅਗਰ ਨਹੀਂ ਕਰੂਗੀ, ਭੁੱਲ ਜਾਊਗੀ ਜਾਂ ਬਦਨਾਮ ਕਰੂਗੀ, ਫਿਰ ਕੌਮ ਦਾ ਜਿਹੜਾ ਭਵਿੱਖ ਆ ਉਜਲਾ ਨਹੀਂ ਹੋ ਸਕਦਾ, ਉਹ ਧੁੰਦਲਾ ਹੋਊਗਾ। ਫਿਰ ਦੁਸ਼ਮਣ ਨੂੰ ਤੁਹਾਡੇ ਨਾਲ ਤਗੜੇ ਹੋ ਕੇ ਲੜਨ ਦੀ ਲੋੜ ਨਹੀਂ। ਦੁਸ਼ਮਣ ਤੁਹਾਡੇ ਨਾਲ ਸਹਿਜੇ ਲੜ ਕੇ ਉਹ ਤੁਹਾਨੂੰ ਖੇਰੂ ਖੇਰੂ ਕਰ ਸਕਦਾ ਹੈ ਜਾਂ ਤੁਹਾਨੂੰ ਰੋਕ ਸਕਦਾ ਹੈ। ਸਾਰੀ ਸੰਗਤ ਦਾ, ਸਾਰੀਆਂ ਜਥੇਬੰਦੀਆਂ ਦਾ, ਖਾਸ ਕਰਕੇ ਅੰਮ੍ਰਿਤਪਾਲ ਸਿੰਘ ਛੰਦੜਾ ਜਿਹੜੇ ਸਪੁੱਤਰ ਨੇ ਭਾਈ ਰਿਸ਼ਪਾਲ ਸਿੰਘ ਛੰਦੜਾ ਦੇ, ਮੈਂ ਇੱਕ ਵਧਾਈ ਸਿਮਰਨਜੀਤ ਸਿੰਘ ਮਾਨ ਨੂੰ ਦੇਣੀ ਚਾਹੁੰਦਾ। ਉਹ ਵਧਾਈ ਇਹ ਹੈ, ਬਹੁਤ ਵੱਡੇ ਵੱਡੇ ਪਰਿਵਾਰਾਂ ਨੂੰ ਅਣਗੌਲਿਆ ਕੀਤਾ ਗਿਆ, ਪਰ ਸ਼ਹੀਦ ਪਰਿਵਾਰ ਦੇ ਪੁੱਤਰ ਨੂੰ ਉਹਨਾਂ ਨੇ ਜੋ ਸਨਮਾਨ ਦੇ ਕੇ ਜੂਥ ਦੀ ਅਗਵਾਈ ਦਿੱਤੀ ਆ, ਇਹ ਬਹੁਤ ਵੱਡੀ ਗੱਲ ਹੈ। ਸੋ ਇਸੇ ਤਰ੍ਹਾਂ ਹਰ ਬੰਦਾ ਆਪਣਾ ਮਾਨ ਸਨਮਾਨ ਚਾਹੁੰਦਾ। ਸਾਰਿਆਂ ਦਾ ਧੰਨਵਾਦ, ਸਾਰਿਆਂ ਨੂੰ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।